ਹੈਲੋ ਐਂਡ ਸਤਿ ਸ਼੍ਰੀ ਅਕਾਲ ਜੀ ਸਭ ਨੂੰ। IPC ਦੇ YouTube ਚੈਨਲ ਉੱਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਵੈਲਕਮ ਟੂ IPC ਇੰਸਟੀਚਿਊਟ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਆਪਣੀ GK ਸਪੈਸ਼ਲ ਸੀਰੀਜ਼ ਇੱਕ ਚੱਲ ਰਹੀ ਹੈ, ਜਿਸ ਦੇ ਵਿੱਚ ਅੱਜ ਦਾ ਆਪਣਾ ਲੈਕਚਰ ਰਹਿਣ ਵਾਲਾ ਹੈ ਹਿਸਟਰੀ ਦੇ ਉੱਪਰ, ਅਤੇ ਇਹ ਹਿਸਟਰੀ ਦਾ 10ਵਾਂ ਲੈਕਚਰ ਹੈ, 10th ਲੈਕਚਰ ਹੈ। ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਆਈ ਇੰਟਰੋਡਿਊਸ ਮਾਈ ਸੈਲਫ। ਮਾਈ ਨੇਮ ਇਜ਼ ਬਲਰਾਜ ਸੋਮਲ ਐਂਡ ਆਈ ਐਮ ਦਾ ਓਨਰ ਆਫ IPC ਇੰਸਟੀਚਿਊਟ। इस लैक्चर रिगार्डिंग इस बैच रिगार्डिंग अगर तुसी कोई भी इन्फॉर्मेशन लेना चाहते हो तो दिते गए नंबर के उत्ते कॉल या मैसेज करके तुसी ठीक है इन्फॉर्मेशन ले सकते हो। अपना नेम रजिस्टर करवाना चाहते हो बैच के लिए तो भी तुसी इन्हां दिते गए नंबर्स के विचों किसी भी नंबर उत्ते कॉल या मैसेज करके अपना नाम रजिस्टर करा सकते हो। IPC की पूरी टीम नूं तुसी यूट्यूब तो इलावा फेसबुक, इंस्टाग्राम ते टैलीग्राम के उपर भी फॉलो कर सकते हो। ਤਿੰਨਾਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਇਸ ਤੋਂ ਇਲਾਵਾ ਸਾਡਾ ਇੱਕ WhatsApp ਗਰੁੱਪ ਵੀ ਹੈ, ਜਿਹਦੇ ਵਿੱਚ ਅਸੀਂ ਓਪਨਲੀ ਫ੍ਰੀ ਤੌਰ 'ਤੇ ਹੀ ਵੀਡੀਓਜ਼ ਵਗੈਰਾ ਪਾਉਂਦੇ ਰਹਿੰਦੇ ਹਾਂ, ਤਾਂ ਤੁਸੀਂ ਉਹ ਵੀ ਜੁਆਇਨ ਕਰ ਸਕਦੇ ਹੋ। ਉਸ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ। ਤਾਂ ਜੀ ਸਟਾਰਟ ਕਰਦੇ ਹਾਂ ਅੱਜ ਦਾ ਲੈਕਚਰ। ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਥੋੜ੍ਹਾ ਜਿਹਾ ਇੱਕ ਡਿਸਕਸ ਕਰ ਲਈਏ। ਕੁਛ ਬੱਚਿਆਂ ਦਾ ਡਾਊਟ ਆਇਆ ਹੈ ਰਿਗਾਰਡਿੰਗ ਆਰੀਅਨਸ ਦੇ ਰਿਗਾਰਡਿੰਗ ਕੁਛ ਡਾਊਟ ਆਇਆ ਹੈ ਕਿ ਸਰ ਇਹ ਆਰੀਅਨਸ ਕਿੱਥੋਂ ਆ ਗਏ ਹਿਸਟਰੀ ਦੇ ਵਿੱਚ, ਕਿ ਅਸੀਂ ਤਾਂ ਪ੍ਰੀ, ਪ੍ਰੋਟੋ ਅਤੇ ਆ ਹਿਸਟਰੀ ਪੜ੍ਹੀ ਹੈ, ਇਹਨਾਂ ਵਿੱਚ ਤਾਂ ਕਿਤੇ ਆਰੀਅਨਸ ਦਾ ਜ਼ਿਕਰ ਨਹੀਂ ਸੀ। ਤਾਂ ਬੱਚੇ ਸਮਝੋ ਪ੍ਰੀ ਹਿਸਟਰੀ ਕਿਹੜੀ ਸੀ, ਜਿਹਦੇ ਵਿੱਚ ਆਪਾਂ ਨੂੰ ਹਿਸਟੋਰੀਕਲ ਈਵੀਡੈਂਸ ਮਿਲੇ ਨੇ, ਲਿਟਰੇਚਰ ਦਾ ਹਿੱਸਾ ਕੋਈ ਨਹੀਂ ਮਿਲਿਆ। ਤਾਂ ਇਹਦੇ ਵਿੱਚ ਆਪਾਂ ਨੇ ਸਟੋਨ ਏਜ ਪਤਾ ਸੀਗਾ, ਪੱਥਰ ਯੁੱਗ। ਪ੍ਰੋਟੋ ਹਿਸਟਰੀ ਦੇ ਵਿੱਚ ਸਾਨੂੰ ਹਿਸਟੋਰੀਕਲ ਈਵੀਡੈਂਸ ਤਾਂ ਮਿਲੇ, ਪਰ ਉਹਦੇ ਨਾਲ ਕੁਛ ਸਕ੍ਰਿਪਟ ਵੀ ਮਿਲੀਆਂ, ਪਰ ਉਹ ਆਪਾਂ ਨੂੰ ਸਮਝ ਨਹੀਂ ਆਉਂਦੀਆਂ। ਉਹ ਕਿਹੜਾ ਹੈ? ਇੰਡਸ ਵੈਲੀ ਸਿਵਲਾਈਜੇਸ਼ਨ। ਹਿਸਟਰੀ ਕਿਹੜਾ ਹਿੱਸਾ ਹੈ ਜਿਸ ਦੇ ਵਿੱਚ ਹਿਸਟੋਰੀਕਲ ਈਵੀਡੈਂਸ ਮਿਲੇ ਪਲੱਸ ਲਿਟਰੇਚਰ ਵੀ ਮਿਲਿਆ। ਤਾਂ ਇਹ ਜਿਹੜਾ ਲਿਟਰੇਚਰ ਲਿਖਿਆ ਗਿਆ, ਇਹ ਸਭ ਕੁਛ ਕਿਸ ਨੇ ਲਿਖਿਆ? ਉਰੇ ਆ ਕੇ ਇਹ ਸਾਰਾ ਲਿਖਿਆ ਗਿਆ ਆਰੀਅਨਸ ਦੇ ਵੱਲੋਂ। ਸਿੰਧੂ ਘਾਟੀ ਸੱਭਿਅਤਾ ਦੇ ਲੋਕ, ਯਾਨੀ ਕਿ ਹੜੱਪਾ ਸੱਭਿਅਤਾ ਦੇ ਲੋਕ, ਜਦੋਂ ਇਹਨਾਂ ਏਰੀਆਜ਼ ਦੇ ਵਿੱਚੋਂ ਮਾਈਗ੍ਰੇਟ ਕਰ ਗਏ, ਠੀਕ ਹੈ ਜੀ, ਇਹਨਾਂ ਏਰੀਆ ਨੂੰ ਛੱਡ ਕੇ ਉਹ ਕਿਸੇ ਹੋਰ ਏਰੀਆ ਦੇ ਵਿੱਚ ਚਲੇ ਗਏ, ਜਾਂ ਫਿਰ ਇਹਨਾਂ ਸਭ ਦੀ ਮੌਤ ਹੋ ਗਈ। ਜੋ ਵੀ ਕੁਛ ਹੋਇਆ, ਕਾਰਨ ਕੋਈ ਵੀ ਹੋ ਸਕਦਾ ਹੈ, ਫਲੱਡ, ਕੋਈ ਡਿਜ਼ੀਜ਼, ਕੋਈ ਡਰੌਟ, ਸੋਕਾ ਪੈ ਗਿਆ, ਕੁਛ ਵੀ ਹੋ ਗਿਆ। ਇਹਨਾਂ ਕਾਰਨਾਂ ਦੇ ਕਰਕੇ ਹੜੱਪਾ ਸੱਭਿਅਤਾ ਦੇ ਲੋਕ ਜਦੋਂ ਆਪਣੀ ਇਹਨਾਂ ਸ਼ਹਿਰਾਂ ਨੂੰ, ਆਪਣੀਆਂ ਇਹਨਾਂ ਸਾਰੀਆਂ ਰਹਿਣ ਵਾਲੀਆਂ ਜਗ੍ਹਾਵਾਂ ਨੂੰ ਛੱਡ ਕੇ ਕਿਤੇ ਹੋਰ ਚਲੇ ਗਏ, ਤਾਂ ਉਹਨਾਂ ਤੋਂ ਪਿੱਛੋਂ ਜਿਹੜੀ ਇੱਕ ਨਵੀਂ ਜਾਤ, ਜਿਹੜੀ ਕਿ ਸੈਂਟਰਲ ਏਸ਼ੀਆ ਦੇ ਵਿੱਚੋਂ, ਸੈਂਟਰਲ ਏਸ਼ੀਆ 'ਚੋਂ ਉੱਠ ਕੇ ਕਿੱਥੇ ਆਈ? ਭਾਰਤ ਆਈ। ਖੈਬਰ ਪਾਸ ਦੇ ਵਿੱਚੋਂ ਹੋ ਕੇ ਉਹ ਜਿਹੜੀ ਨਵੀਂ ਜਾਤ ਆਈ, ਉਸ ਨਵੀਂ ਜਾਤ ਨੂੰ ਹੀ ਕੀ ਕਿਹਾ ਜਾਂਦਾ ਹੈ? ਉਸ ਨਵੀਂ ਜਾਤ ਨੂੰ ਹੀ ਆਰੀਅਨਸ ਕਿਹਾ ਜਾਂਦਾ ਹੈ। ਇਸ ਨਵੀਂ ਜਾਤ ਨੇ ਹੀ ਆ ਕੇ ਪੰਜਾਬ ਨੂੰ ਸਪਤ ਸਿੰਧੂ ਦਾ ਨਾਮ ਦਿੱਤਾ। ਇਸ ਨਵੀਂ ਜਾਤ ਨੇ ਹੀ ਆ ਕੇ ਵੇਦ ਲਿਖੇ। ਇਸ ਨਵੀਂ ਜਾਤ ਤੋਂ ਬਾਅਦ ਹੀ ਆ ਕੇ ਆਪਣੀ ਟੈਰੀਟਰੀ ਸਿਸਟਮਸ ਚੱਲੇ, ਟੈਰੀਟਰੀਜ਼ ਚੱਲੀਆਂ, ਵੱਡੀਆਂ ਵੱਡੀਆਂ ਸਟੇਟਸ, ਮਹਾਂਜਨਪਦ ਚੱਲੀਆਂ। ਤਾਂ ਮੁੱਕਦੀ ਗੱਲ, ਜਿਹੜੇ ਅੱਜ ਆਪਾਂ ਰਹਿ ਰਹੇ ਹਾਂ, ਪੰਜਾਬ, ਹਰਿਆਣਾ, ਦਿੱਲੀ, ਕੁਛ ਕੁ ਏਰੀਏ UP ਦੇ, ਇਹ ਸਾਰੇ ਹੀ ਇਹਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਨੇ, ਇਹ ਠੀਕ ਹੈ ਜੀ, ਕਿਤੇ ਨਾ ਕਿਤੇ ਆਰੀਅਨਸ ਵੰਸ਼ ਦੇ ਨਾਲ ਬਿਲੋਂਗ ਕਰਦੇ ਨੇ। ਸਾਰੇ ਹੀ ਆਰੀਅਨਸ ਦਾ ਹੀ ਹਿੱਸਾ ਨੇ, ਆਰੀਅਨਸ ਜਾਤੀ ਦਾ ਹੀ ਹਿੱਸਾ ਨੇ। ਪੰਜਾਬ ਅਤੇ ਹਰਿਆਣਾ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕ ਕੀ ਨੇ? ਆਰੀਅਨਸ ਨੇ। ਕਿ ਮੈਂ ਉਸ ਦਿਨ ਦੱਸਿਆ ਸੀ ਕਿ ਗੁੱਜਰ ਜੋ ਨੇ, ਗੁੱਜਰ ਪਲੱਸ ਸਿੱਖ, ਜੋ ਸਿੱਖ ਜੱਟ ਨੇ, ਇਹ ਸਾਰੇ ਕੀ ਨੇਗੇ? ਇਹ ਸਾਰੇ ਪਿਓਰ ਆਰੀਅਨਸ ਨੇ, ਪਿਓਰ ਆਰੀਅਨਸ। ਤਾਂ ਆਰੀਅਨਸ, ਮੁੱਕਦੀ ਗੱਲ ਕੀ ਹੈ? ਆਰੀਅਨਸ ਵੀ ਬੱਚਿਓ ਹਿਸਟਰੀ ਦਾ ਹਿੱਸਾ ਹੈ, ਕਿਉਂਕਿ ਆਪਾਂ ਨੂੰ ਆਰੀਅਨਸ ਦੇ ਆਉਣ ਦਾ, ਉਰੇ ਕਿੱਥੇ ਰਹੇ, ਉਹਨਾਂ ਨੇ ਕਿਵੇਂ ਕਿਵੇਂ ਡਿਵੈਲਪਮੈਂਟ ਕੀਤੀ, ਉਹਦਾ ਸਭ ਕੁਛ ਆਪਾਂ ਨੂੰ ਲਿਖਤ ਦੇ ਵਿੱਚ ਮਿਲਦਾ ਹੈ। ਅਤੇ ਸਭ ਤੋਂ ਪੁਰਾਣੀ ਲਿਖਤ ਜਿਹੜੀ ਆਪਾਂ ਪੜ੍ਹਦੇ ਹਾਂ, ਡੈਟ ਇਜ਼ ਰਿਗਵੇਦਾ, ਰਿਗਵੇਦ ਪੜ੍ਹਦੇ ਹਾਂ। ਤਾਂ ਆਰੀਅਨਸ ਕੋਈ ਹੋਰ ਨਹੀਂ, ਆਰੀਅਨਸ ਆਪਾਂ ਹੀ ਹਾਂ। ਆਪਣੇ ਪੂਰਵਜ, ਆਪਣੇ ਠੀਕ ਹੈ ਜੀ, ਜੋ ਪਿੱਛੋਂ ਪੂਰਵਜ ਸੀਗੇ, ਉਹ ਮੱਧ ਏਸ਼ੀਆ ਤੋਂ ਉੱਠ ਕੇ ਭਾਰਤ ਆਏ ਸੀ। ਭਾਰਤ ਆ ਕੇ ਇਹੀ ਪੂਰਵਜ ਭਾਰਤ ਦੇ ਹੋਰ ਇਲਾਕਿਆਂ ਵਿੱਚ ਫੈਲ ਗਏ, ਪੰਜਾਬ, ਹਰਿਆਣਾ, ਦਿੱਲੀ, UP, ਅਤੇ ਉਰੋਂ ਦੇ ਜਿਹੜੇ ਹੌਲੀ ਹੌਲੀ ਪਰਿਵਾਰ ਬਣੇ, ਅੱਜ ਵੱਡੇ ਵੱਡੇ ਆਪਣੀਆਂ ਫੈਮਲੀਜ਼ ਨੇ, ਉਹ ਸਭ ਹੀ ਆਪਾਂ ਪਿੱਛੋਂ ਬੀਜ ਕਿਹਦੇ ਹਾਂ? ਆਪਾਂ ਪਿੱਛੋਂ ਇੱਕ ਹੀ
ਜੜ ਨਾਲ ਜੁੜੇ ਹੋਏ ਹਾਂ, ਇੱਕ ਹੀ ਜੜ ਹੈ ਆਪਣੀ ਸਭ ਦੀ, ਉਹ ਹੈ ਆਰੀਅਨਸ। ਆਪਾਂ ਸਾਰੇ ਆਰੀਅਨਸ ਹਾਂ। ਤਾਂ ਆਰੀਅਨਸ ਨੇ ਹੀ ਆ ਕੇ ਵੇਦ ਲਿਖੇ, ਰਿਗਵੇਦ ਲਿਖਿਆ, ਅਤੇ ਇਸ ਦੇ ਨਾਲ ਹੀ ਵੈਦਿਕ ਕਲਚਰ ਦੀ ਸ਼ੁਰੂਆਤ ਹੁੰਦੀ ਹੈ। ਠੀਕ ਹੈ ਜੀ, ਵੈਦਿਕ ਕਲਚਰ, ਵੈਦਿਕ ਸੱਭਿਆਚਾਰ ਦੀ ਸ਼ੁਰੂਆਤ ਹੁੰਦੀ ਹੈ। ਤਾਂ ਵੈਦਿਕ ਸੱਭਿਆਚਾਰ ਦੀ ਸ਼ੁਰੂਆਤ ਕਰਨ ਵਾਲੇ ਕੌਣ ਨੇ? ਆਰੀਅਨਸ ਹੀ ਨੇ। ਤਾਂ ਆਈ ਹੋਪ ਸਮਝ ਆ ਗਿਆ ਹੋਵੇਗਾ ਕਿ ਆਰੀਅਨਸ ਕੌਣ ਨੇ, ਕੀ ਇਹਨਾਂ ਦਾ ਲੈਣਾ ਦੇਣਾ ਹਿਸਟਰੀ ਦੇ ਵਿੱਚ। ਅਸਲ ਦੇ ਵਿੱਚ ਜਿਹੜਾ ਇਤਿਹਾਸ ਚੱਲਦਾ ਹੈ, ਜਿਹੜਾ ਬਿਲਕੁਲ ਕਨਫਰਮ ਹੋ ਕੇ ਚੱਲਦਾ ਹੈ, ਉਹ ਆਰੀਅਨਸ ਤੋਂ ਹੀ ਚੱਲਦਾ ਹੈ, ਕਿਉਂਕਿ ਇਹਨਾਂ ਦੇ ਆਉਣ ਦਾ, ਠੀਕ ਹੈ ਜੀ, ਇਹਨਾਂ ਦੇ ਉਰੇ ਰਹਿਣ ਦਾ, ਇਹਨਾਂ ਦੀ ਡਿਵੈਲਪਮੈਂਟ ਦਾ ਆਪਾਂ ਨੂੰ ਸਭ ਕੁਝ ਲਿਖਤ ਦੇ ਵਿੱਚ ਮਿਲਦਾ ਹੈ। ਤਾਂ ਇਹ ਸਭ, ਤਾਂ ਹਿਸਟਰੀ ਆਰੀਅਨਸ ਦੇ ਇੰਡੀਆ ਵਿੱਚ ਐਂਟਰੀ ਕਰਨ ਤੋਂ ਹੀ ਸ਼ੁਰੂ ਹੁੰਦੀ ਹੈ। ਹਿਸਟਰੀ ਦੇ ਵਿੱਚ ਆਰੀਅਨਸ ਦਾ ਆਉਣ ਦੇ ਨਾਲ ਵੈਦਿਕ ਕਲਚਰ ਦੇ ਸ਼ੁਰੂ ਹੋਣ ਤੋਂ ਲੈ ਕੇ ਟਿਲ 1947 ਤੱਕ, ਦੇਸ਼ ਆਜ਼ਾਦ ਹੋਣ ਤੱਕ, ਇਹ ਸਾਰਾ ਹੀ ਕੀ ਹੈ? ਇਹ ਸਾਰਾ ਹੀ ਹਿਸਟਰੀ ਦਾ ਪਾਰਟ ਹੈ, ਇਤਿਹਾਸ ਦਾ ਪਾਰਟ ਹੈ, ਕਿਉਂਕਿ ਇਹਨਾਂ ਸਭ ਦੇ ਬਾਰੇ ਆਪਾਂ ਨੂੰ ਲਿਖਤ ਦੇ ਵਿੱਚ, ਸਾਹਿਤ ਦੇ ਵਿੱਚ ਮਿਲਦਾ, ਬੁੱਕਸ ਵਗੈਰਾ ਸਭ ਕੁਝ ਮਿਲਦੀਆਂ ਨੇ। ਤਾਂ ਸਮਝੇ? ਤਾਂ ਆਰੀਅਨਸ ਹੀ ਕੀ ਨੇ? ਮੇਨ ਮੋਢੀ ਨੇ, ਜਿਨ੍ਹਾਂ ਨੇ ਇਤਿਹਾਸ ਦੀ ਸ਼ੁਰੂਆਤ ਕੀਤੀ ਭਾਰਤ ਦੇ ਵਿੱਚ। ਤਾਂ ਇਹ ਸੀਗਾ ਆਰੀਅਨਸ ਦੇ ਬਾਰੇ। ਤਾਂ ਸਟਾਰਟ ਕਰਦੇ ਹਾਂ ਅੱਜ ਦਾ ਲੈਕਚਰ। ਤਾਂ ਅੱਜ ਦੇ ਲੈਕਚਰ ਦੇ ਵਿੱਚ ਆਪਾਂ ਨੇ ਪੜ੍ਹਨਾ ਹੈ ਵੈਦਿਕ ਲਿਟਰੇਚਰ ਦੇ ਬਾਰੇ, ਵੈਦਿਕ ਸਾਹਿਤ ਦੇ ਬਾਰੇ। ਵੈਦਿਕ ਸਾਹਿਤ ਦੇ ਵਿੱਚ ਮੇਨ ਆਪਾਂ ਨੇ 4 ਵੇਦ ਪੜ੍ਹਨੇ ਨੇ, ਰਿਗਵੇਦ, ਸਾਮਵੇਦ, ਅਥਰਵਵੇਦ ਅਤੇ ਯਜੁਰਵੇਦ। ਤਾਂ ਜੀ ਇੱਕ ਇੱਕ ਕਰਕੇ ਸਭ ਪੜ੍ਹਾਂਗੇ। ਪਹਿਲਾਂ ਇੱਕ ਵਾਰੀ ਇੰਟਰੋਡਕਸ਼ਨ ਦੇਖਦੇ ਹਾਂ ਕਿ ਵੈਦਿਕ ਲਿਟਰੇਚਰ ਹੈ ਕੀ। ਵੈਦਿਕ ਲਿਟਰੇਚਰ ਜੋ ਹੈ, ਵੈਦਿਕ ਸਾਹਿਤ ਜੋ ਹੈ, ਇਹ 2 ਹਿੱਸਿਆਂ ਵਿੱਚ ਵੰਡਿਆ ਹੋਇਆ ਹੈ, ਸ਼ਰੂਤੀ ਅਤੇ ਕੁਛ ਸਮ੍ਰਿਤੀ। ਸ਼ਰੂਤੀ ਹੁੰਦੀ ਹੈ ਜਿਸ ਨੂੰ ਆਪਾਂ ਸੁਣਦੇ ਹਾਂ, ਡੈਟ ਵਿਚ ਇਜ਼ ਹਰਡ, ਜਿਸ ਨੂੰ ਸੁਣਿਆ ਜਾਵੇ। ਸੁਣ ਕੇ ਇਹ ਕੀ ਹੁੰਦੀ ਹੈ? ਪਾਸ ਹੁੰਦੀ ਹੈ, ਪਾਸ ਫਰੋਮ ਵਨ ਜਨਰੇਸ਼ਨ ਟੂ ਅਨਦਰ, ਇੱਕ ਵੰਸ਼ ਤੋਂ ਜਾਂ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਦੇ ਤੱਕ ਇਹ ਕਿਸ ਤਰੀਕੇ ਨਾਲ ਪਹੁੰਚਦੀ ਹੈ? ਸੁਣ ਕੇ। ਦਾਦਾ ਸੁਣਦਾ, ਦਾਦਾ ਅੱਗੇ ਆਪਣੇ ਬੇਟੇ ਨੂੰ ਦੱਸਦਾ, ਪਿਤਾ ਨੂੰ ਦੱਸਦਾ, ਠੀਕ ਹੈ ਜੀ, ਪਿਤਾ ਤੋਂ ਉਸਦੇ ਬੇਟੇ ਨੂੰ ਦੱਸੀ ਜਾਂਦੀ ਹੈ। ਤਾਂ ਇਹ ਸੁਣ ਕੇ। ਤਾਂ ਸ਼ਰੂਤੀ ਕੀ ਹੈ? ਜਿਹੜੀ ਸੁਣੀ ਜਾਵੇ, ਡੈਟ ਵਿਚ ਇਜ਼ ਹਰਡ। ਸੁਣ ਕੇ ਹੀ ਇਹ ਕੀ ਹੁੰਦੀ ਹੈ? ਪਾਸ ਫਰੋਮ ਵਨ ਜਨਰੇਸ਼ਨ ਟੂ ਅਦਰ। ਇੱਕ ਹੈ ਸਮ੍ਰਿਤੀ, ਜਿਸ ਨੂੰ ਕਿ ਰਿਮੈਂਬਰ ਕਰਿਆ ਜਾਵੇ, ਮਤਲਬ ਕਿ ਯਾਦ ਕਰਿਆ ਜਾਵੇ, ਜੋ ਯਾਦ ਕੀਤੀ ਜਾਵੇ। ਜਿਹੜਾ ਸਾਹਿਤ ਵੈਦਿਕ ਯਾਦ ਕੀਤਾ ਜਾਂਦਾ ਹੈ, ਉਸ ਨੂੰ ਕੀ ਕਹਿੰਦੇ ਨੇ? ਉਸ ਨੂੰ ਸਮ੍ਰਿਤੀ ਕਹਿੰਦੇ ਨੇ। ਇਹਦੇ ਵਿੱਚ ਮਨੂ ਸਮ੍ਰਿਤੀ ਇਸ ਤਰੀਕੇ ਨਾਲ, ਜੋ ਧਰਮ ਸ਼ਾਸਤਰ ਨੇ, ਇੱਕ ਤਰੀਕੇ ਨਾਲ ਜੋ ਧਰਮ ਸ਼ਾਸਤਰ ਨੇ, ਉਹ ਸਾਰੇ ਕਿਹਦੇ 'ਚ ਆਉਂਦੇ ਨੇ? ਸਮ੍ਰਿਤੀ ਦੇ ਵਿੱਚ ਆਉਂਦੇ ਨੇ। ਜੋ ਵੇਦ ਨੇ, ਉਹ ਸਾਰੇ ਸ਼ਰੂਤੀ ਦੇ ਵਿੱਚ ਆਉਂਦੇ ਨੇ, ਕਿਉਂਕਿ ਵੇਦ ਆਪਾਂ ਯਾਦ ਨਹੀਂ ਕਰਦੇ, ਵੇਦ ਸੁਣੇ ਜਾਂਦੇ ਨੇ। ਠੀਕ ਹੈ, ਤਾਂ 2 ਦੇ ਵਿੱਚ ਵੰਡਿਆ ਹੋਇਆ ਹੈ ਵੈਦਿਕ ਲਿਟਰੇਚਰ, ਵੈਦਿਕ ਸਾਹਿਤ, ਸ਼ਰੂਤੀ ਐਂਡ ਸਮ੍ਰਿਤੀ। ਤਾਂ ਦੇਖੋ ਜੀ, ਤਾਂ ਜਿਹੜਾ ਵੈਦਿਕ ਸਾਹਿਤ ਹੈ ਇਸ ਤਰੀਕੇ ਨਾਲ ਹੈ। ਸ਼ਰੂਤੀ ਦੇ ਵਿੱਚ ਕੀ ਆ ਗਏ? ਵੇਦ, 4 ਵੇਦ ਨੇ, ਰਿਗਵੇਦ, ਯਜੁਰਵੇਦ, ਸਾਮਵੇਦ, ਅਥਰਵਵੇਦ। ਇਹਨਾਂ ਵੇਦਾਂ ਦੇ ਅੰਦਰ ਕੀ ਨੇ? ਉਪਵੇਦ, ਠੀਕ ਹੈ ਜੀ, ਜਿਵੇਂ ਧਨੁਰਵੇਦ, ਗੰਧਰਵਵੇਦ, ਆਯੁਰਵੇਦ, ਅਥਰਵਵੇਦ ਦਾ ਸ਼ਿਲਪਵੇਦ। ਉਹਦੇ ਨਾਲ ਹੀ ਵਿਦਾਂਗਾਜ਼, ਇਹਨਾਂ ਨੂੰ 6 ਸਕੂਲ ਆਫ ਫਿਲੋਸਫੀਜ਼ ਕਹਿੰਦੇ ਨੇ। ਵਿਆਕਰਨ, ਜੋਤਿਸ਼, ਨਿਰੁਕਤਾ, ਸ਼ਿਕਸ਼ਾ, ਚੰਡਾਸ ਅਤੇ ਕਲਪ ਸੂਤਰਾਸ, ਇਹ ਸਾਰੇ 6 ਸਕੂਲ ਨੇ ਫਿਲੋਸਫੀਜ਼ ਦੇ। ਇਹ ਹੋ ਗਏ। ਇਹ ਸਾਰੇ ਕਿਸ ਦਾ ਹਿੱਸਾ ਨੇ? ਇਹ ਸਾਰੇ ਹੀ ਸ਼ਰੂਤੀਜ਼ ਦਾ ਹਿੱਸਾ ਨੇ। ਸ਼ਰੂਤੀ ਦਾ ਮਤਲਬ ਕਿ ਇਹਨਾਂ ਸਾਰਿਆਂ ਨੂੰ ਕਿਸੇ ਨੂੰ ਵੀ ਯਾਦ ਨਹੀਂ ਕੀਤਾ ਜਾਂਦਾ, ਇਹਨਾਂ ਸਾਰਿਆਂ ਨੂੰ ਸੁਣਿਆ ਜਾਂਦਾ ਹੈ। ਸਮ੍ਰਿਤੀਜ਼, ਜਿਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ। ਸਮ੍ਰਿਤੀ ਦੇ ਵਿੱਚ ਮਨੂ ਸਮ੍ਰਿਤੀ, ਯਜਨਾਵਾਲਿਕੀਆ ਸਮ੍ਰਿਤੀ, ਪ੍ਰਸਾਰਾ ਸਮ੍ਰਿਤੀ, ਇਹ ਸਾਰੇ ਇਸ ਦੇ ਨੇ। ਅੱਗੇ ਇਹਦੇ ਵਿੱਚ ਆਉਂਦਾ ਹੈ ਆਪਣਾ ਦਰਸ਼ਨ ਸ਼ਾਸਤਰ, ਜਿਵੇਂ ਨਿਆਏ ਦਰਸ਼ਨ। ਇਹ ਆਪਣੇ ਨਾਇਬ ਤਹਿਸੀਲਦਾਰ ਦੇ ਪੇਪਰ ਦੇ ਵਿੱਚ ਕੁਐਸਚਨ ਆਇਆ ਹੈ, ਠੀਕ ਹੈ ਜੀ। ਆਪਣਾ ਉਸ ਤੋਂ ਬਾਅਦ ਵਿਸੱਖ ਦਰਸ਼ਨ, ਸੰਖਿਆ ਦਰਸ਼ਨ, ਯੋਗਾ ਦਰਸ਼ਨ, ਪੂਰਵ ਮੀਮਾਂਸਾ, ਉੱਤਰ ਮੀਮਾਂਸਾ, ਇਸ ਤਰੀਕੇ ਨਾਲ। ਫਿਰ ਪੁਰਾਣ ਨੇ, ਟੋਟਲ 18 ਪੁਰਾਣ ਸੀ। ਉਹਨਾਂ ਵਿੱਚੋਂ ਦੇਖੋ ਕਿਵੇਂ ਨੇ, 3 ਹਿੱਸਿਆਂ 'ਚ ਵੰਡੇ ਹੋਏ ਨੇ, ਬ੍ਰਹਮਾ ਪੁਰਾਣ, ਵਿਸ਼ਨੂੰ ਪੁਰਾਣ, ਸ਼ਿਵ ਪੁਰਾਣ, ਅੱਗੇ ਪਾਰਟ ਨੇਗੇ। ਉਸ ਤੋਂ ਬਾਅਦ ਕੁਛ ਰਾਈਟਿੰਗਸ ਨੇ, ਜਿਵੇਂ ਆਚਾਰਿਆ ਗੁਰੂ ਜਗਤ ਗੁਰੂ ਜੀ ਦੀ ਰਾਈਟਿੰਗ ਆਫ ਰਸ਼ਿਕ ਭਗਤਾ ਸੰਤ, ਇਹਨਾਂ ਸਭ ਦੀ। ਇਤਿਹਾਸ ਹੈ ਐਪਿਕਸ, 2 ਐਪਿਕਸ ਨੇ, ਰਮਾਇਣ ਅਤੇ ਮਹਾਭਾਰਤ। ਅਗਮਜ਼, ਵੈਸ਼ਨਵ ਅਗਮਜ਼, ਸੇਵਾ ਅਗਮਜ਼, ਸ਼ਕਤ ਅਗਮਜ਼। ਤਾਂ ਇਹ ਸਾਰਾ ਕੁਛ ਹੀ ਆਪਾਂ ਨੇ ਕੀ ਪੜ੍ਹਨਾ ਹੈ? ਵੈਦਿਕ ਲਿਟਰੇਚਰ ਦੇ ਵਿੱਚ ਪੜ੍ਹਨਾ ਹੈ। ਇਸ ਦੇ ਵਿੱਚੋਂ ਮੇਨ ਕੀ ਨੇ? ਵੇਦ ਪੜ੍ਹਨੇ ਨੇ ਆਪਾਂ ਨੇ ਜੀ।
वेदंगाज पढ़ने ने, उपवेद पढ़ांगे आपां, समृतिस दे बारे पढ़ांगे, दर्शन दे बारे पढ़ांगे। ये मेन चीज़ां ने जिहड़ियां आपां ने असल दे विच पढ़नियां नेगियां। क्लीयर? तो एक एक करके करते हैं शुरू। तो सब तो पहला आउंदे ने वेद। सब तो पहला मीनिंग ही की है कि द वर्ड वेदा मीनस ट्रू नॉलेज, लाइट ऑफ ट्रुथ और प्योर नॉलेज। वेद शब्द का अर्थ है सच्चा ज्ञान, सच का प्रकाश या शुद्ध ज्ञान। मतलब कि अगर इंसान ने सच्चे ज्ञान की, सच्ची नॉलेज जो ट्रू नॉलेज है ਜਾਂ सच्चे असल ਦੇ ਵਿੱਚ सच की जानकारी लैनी है, सच का ज्ञान लेना है, तो उसनूं की पढ़ने चाहिए ने? वेद पढ़ने चाहिए ने। तो वेद का मतलब ही की है? सच्चा ज्ञान, ट्रू नॉलेज, सच का प्रकाश, लाइट ऑफ ट्रुथ, प्योर नॉलेज यानी कि शुद्ध ज्ञान। वेद आर आल्सो नाउन एज श्रुति। पिछे ही पढ़िया। श्रुति कहते ने मतलब इज टू हेयर एज दे वर पासड फ्रॉम जनरेशन टू जनरेशन थ्रू वर्बल ट्रांसमिशन। वेद नूं श्रुति के नाम नाल भी जानिया जाता है, भाव सुन के, क्योंकि वह जुबानी प्रसारण द्वारा पीढ़ी दर पीढ़ी अगे चलाए जाते हैं। तो पीढ़ी दर पीढ़ी इन्हां दी ट्रांसमिशन किस थ्रू हुंदी है? सुन के हुंदी है। दादा दादे तो पिता सुनदा है, पिता तो बेटा सुनदा है, बेटे तो पोता सुनता है। इस तरीके नाल दादे नूं वेद आउंदे ने, दादे तो पिता सुनू, पिता तो बेटा सुनू, बेटे तो पोता सुनू, पोते तो पड़पोता सुनू। इस तरीके नाल पीढ़ी दर पीढ़ी जिहड़ा वेदां दी ट्रांसमिशन हुंदी है वह बड़े तो सुन के ही हुंदी है। तो इसनूं की कहा जाता है? श्रुति कहा जाता है। तो मेन 4 वेद ने। 4 वेद किहड़े-किहड़े ने? ऋग्वेद सब तो ओल्डेस्ट वेद है, जिहड़ा कि लगभग 1700 BC के नेड़े तेड़े लिखिया गया सी। मतलब कि अर्ली वैदिक पीरीयड दे विच, अर्ली वैदिक पीरीयड दे विच इसनूं लिखिया गया सी। सामवेद, यजुर्वेद, अथर्ववेद 4 वेद ने। ऋग्वेद, सामवेद, यजुर्वेद ते अथर्ववेद। तो एक एक करके सारे आपां वेद पढ़ांगे। तो देखो ऋग्वेद, सामवेद ते यजुर्वेद इन्हां तिन्नां नूं कलैक्टिवली नाउन एज ट्राई और ट्रायो। ऋग्वेद, सामवेद ते यजुर्वेद नूं समूहिक तौर ते त्राई या तिकड़ी वजों जानिया जाता है, क्योंकि ये तिन्ने लगभग नेड़े नेड़े जे टाइम ते लिखे गए ने। ऋग्वेद सब तो पहला, फिर सामवेद, फिर यजुर्वेद। अथर्ववेद जिहड़ा है वह सब तो लास्ट से लिखा गया, सब तो नवा वेद मन्निया जाता, तां करके ना तिन्नां तो अलग है। तो उन्होंने अथर्ववेद का जिहड़ा बेस है वह भी ना तिन्नां तो बिल्कुल अलग है। उहदे विच ब्लैक मैजिक वगैरह, ठीक है जी, मैडिकल साइंस वगैरह उहदे बारे गल्लां करियां गईयां ने। जिवें इन्हां दे विच तां रीति रिवाजां दे अपने, ठीक है, आर्ट बारे अपनियां, ठीक है, इन्हां चीज़ां बारे गल कीती गई है। पर अथर्ववेद दे विच काला मैजिक, ईवल डिजीज़, मैडिकल साइंस इन्हां दी गल कीती गई है। ईच वेद इज फर्दर डिवाइडेड इनटू समहिताज। हरेक वेद नूं अगे समहिता दे विच वंडिया गया है। समहिता एक तरीके नाल हुंदे ने जिहड़े इन्हां विच आपां जिवें श्लोक टाइप लिखे ने, जो श्लोक नेगे, ठीक है जी, श्लोक उन्हां नूं कहंदे ने समहिताज। तां श्लोक नेगे, हर वेद दे विच की ने? श्लोक ने। ईच वेद हैज़ फर्दर 4 उपवेदाज। हरेक वेद विच अगे 4 उपवेद हैं। किहड़े किहड़े? आयुर्वेद, आयुर्वेद है ऋग्वेद दा। गंधर्ववेद, गंधर्ववेद है सामवेद दा। धनुर्वेद, धनुर्वेद है यजुर्वेद दा। शिल्पवेद, शिल्पवेद है अथर्ववेद दा, अथर्ववेद दा। तां 4 वेद उपवेद ने। चारे उपवेद अलग अलग 4 वेदां दे नाल, ठीक है जी, लगे मिलते नेगे। आयुर्वेद ऋग्वेद दा, गंधर्ववेद सामवेद दा, धनुर्वेद यजुर्वेद दा, शिल्पवेद अथर्ववेद दा। उस तो बाद देखो, तो देखो जी ऋग्वेद, ऋग्वेद बारे पहली गल की है? इट इज़ द ओल्डेस्ट रिलीजियस टैक्सट इन द वर्ल्ड। दुनिया के सब तो पुराने धार्मिक ग्रंथ विचों एक है, ठीक है। एक की हैगी सब तो पुराना धार्मिक ग्रंथ ही की है? ऋग्वेद है। ओल्डेस्ट रिलीजियस टैक्सट इन द वर्ल्ड। ऋग्वेद दे विच ही जिक्र आउंदा है पंजाब दा सप्त सिंधु नाम दा। सप्त सिंधु
ਇਸ ਕਰਕੇ ਹੀ ਰਿਗਵੇਦ ਵਿੱਚ ਜ਼ਿਕਰ ਆਉਣ ਕਰਕੇ ਹੀ ਪੰਜਾਬ ਨੂੰ ਦਾ ਇਹ ਕੀ ਹੈ, ਸਭ ਤੋਂ ਓਲਡੈਸਟ ਨੇਮ ਹੈ, ਓਲਡੈਸਟ ਨੇਮ ਆਫ ਪੰਜਾਬ। ਠੀਕ ਹੈ, ਓਲਡੈਸਟ ਨੇਮ ਤਾਂ ਹੀ ਕਹਿੰਦੇ ਨੇ ਕਿਉਂਕਿ ਇਸ ਦਾ ਜ਼ਿਕਰ ਹੀ ਦੁਨੀਆ ਦੇ ਸਭ ਤੋਂ ਪੁਰਾਣੇ ਧਰਮ ਗ੍ਰੰਥ ਜਾਂ ਰਿਲੀਜੀਅਸ ਟੈਕਸਟ ਦੇ ਵਿੱਚ ਆਉਂਦਾ ਹੈ। ਡੈਟਸ ਵਾਈ ਕੁਐਸਚਨ ਆਵੇ ਵਿਚ ਆਫ ਦਾ ਫੋਲੋਇੰਗ ਇਜ਼ ਦਾ ਓਲਡੈਸਟ ਨੇਮ ਆਫ ਪੰਜਾਬ, ਤਾਂ ਤੁਹਾਡਾ ਆਨਸਰ ਕੀ ਆਊਗਾ, ਸਪਤ ਸਿੰਧੂ। ਨੈਕਸਟ, ਉਸ ਤੋਂ ਇਲਾਵਾ ਸਪਤ ਸਿੰਧੂ ਦਾ ਇੱਕ ਹੋਰ ਕੁਐਸਚਨ ਵੀ ਆਉਂਦਾ ਕਿ ਪੰਜਾਬ ਦਾ ਰਿਗਵੇਦਿਕ ਨਾਮ ਕੀ ਹੈ, ਤਾਂ ਵੀ ਤੁਹਾਡਾ ਆਨਸਰ ਕੀ ਆਏਗਾ, ਸਪਤ ਸਿੰਧੂ, ਕਿਉਂਕਿ ਕਿਸ ਦੇ ਵਿੱਚ ਜ਼ਿਕਰ ਆਉਂਦਾ ਇਸ ਦਾ, ਰਿਗਵੇਦ ਦੇ ਵਿੱਚ। ਤਾਂ ਪੰਜਾਬ ਦਾ ਰਿਗਵੇਦਿਕ ਨੇਮ ਉਹ ਵੀ ਸਪਤ ਸਿੰਧੂ ਹੈ, ਪੰਜਾਬ ਦਾ ਸਭ ਤੋਂ ਪੁਰਾਣਾ ਨਾਮ ਉਹ ਵੀ ਸਪਤ ਸਿੰਧੂ ਹੈ, ਕਿਉਂਕਿ ਇਹਦਾ ਜ਼ਿਕਰ ਰਿਗਵੇਦ ਦੇ ਵਿੱਚ ਹੁੰਦਾ ਹੈ, ਜੋ ਕਿ ਦੁਨੀਆ ਦਾ ਸਭ ਤੋਂ ਪੁਰਾਣਾ ਧਰਮ ਗ੍ਰੰਥ ਹੈ, ਓਲਡੈਸਟ ਰਿਲੀਜੀਅਸ ਟੈਕਸਟ ਇਨ ਦਾ ਵਰਲਡ। ਇਹ ਲਗਭਗ 1700 BC 1700 ਈਸਾ ਪੂਰਵ ਦੇ ਆਸ-ਪਾਸ ਲਿਖਿਆ ਗਿਆ। ਜਿਵੇਂ ਆਪਣੇ ਪਿਛਲੇ ਵਾਰ ਪੜ੍ਹਿਆ ਸੀ ਕਿ ਅਰਲੀ ਵੈਦਿਕ ਪੀਰੀਅਡ ਦਾ ਜਿਹੜਾ ਟਾਈਮ ਹੈ ਲਗਭਗ 1750 ਤੋਂ ਲੈ ਕੇ 1000 BC ਦੇ ਵਿੱਚ ਹੈ। 1000 BC ਤੋਂ ਲੈ ਕੇ 750 BC ਤੱਕ ਲੇਟਰ ਵੈਦਿਕ ਪੀਰੀਅਡ ਆਉਂਦਾ ਹੈ। ਲੇਟਰ ਆਉਂਦਾ ਹੈ ਇੰਨਾ, ਅਰਲੀ ਆਉਂਦਾ ਹੈ ਇੰਨਾ, ਤਾਂ ਇਹ ਅਰਲੀ ਵੈਦਿਕ ਪੀਰੀਅਡ ਦੇ ਵਿੱਚ ਲਿਖਿਆ ਗਿਆ ਸੀ ਰਿਗਵੇਦ। ਲਿਖਿਆ ਕਿਸ 'ਚ, ਇਟ ਵਾਜ਼ ਰਿਟਨ ਇਨ ਬ੍ਰਹਮੀ ਸਕ੍ਰਿਪਟ, ਇਹ ਬ੍ਰਹਮੀ ਲਿਪੀ ਦੇ ਵਿੱਚ ਲਿਖਿਆ ਹੋਇਆ ਹੈ। ਤਾਂ ਪੁੱਛਿਆ ਜਾਵੇ ਰਿਗਵੇਦ ਦੀ ਲਿਪੀ ਕਿਹੜੀ ਹੈ, ਤਾਂ ਰਿਗਵੇਦ ਦੀ ਲਿਪੀ ਹੈ ਬ੍ਰਹਮੀ, ਤਾਂ ਇਹ ਬ੍ਰਹਮੀ ਲਿਪੀ ਵਿੱਚ ਲਿਖਿਆ ਗਿਆ ਹੈ। ਅਤੇ ਲੈਂਗੁਏਜ ਭਾਸ਼ਾ ਕਿਹੜੀ ਹੈ, ਬਟ ਲੈਂਗੁਏਜ ਵਾਜ ਵੈਦਿਕ ਸੰਸਕ੍ਰਿਤ, ਪਰ ਇਹ ਵੈਦਿਕ ਸੰਸਕ੍ਰਿਤ ਭਾਸ਼ਾ ਵਿੱਚ ਲਿਖਿਆ ਹੋਇਆ ਹੈ। ਤਾਂ ਮੋਸਟ ਇੰਪੋਰਟੈਂਟ ਹੈ, ਰਿਗਵੇਦ ਦੀ ਲਿਪੀ ਯਾਦ ਰੱਖਣੀ ਹੈ ਬ੍ਰਹਮੀ ਲਿਪੀ, ਰਿਗਵੇਦ ਦੀ ਭਾਸ਼ਾ ਕਿਹੜੀ ਹੈ, ਵੈਦਿਕ ਸੰਸਕ੍ਰਿਤ, ਵੈਦਿਕ ਸੰਸਕ੍ਰਿਤ ਭਾਸ਼ਾ 'ਚ ਇਹ ਲਿਖਿਆ ਹੋਇਆ ਹੈ। ਰਿਗਵੇਦ ਦੇ ਵਿੱਚ ਲਗਭਗ 1028 ਹਾਈਮਨਸ ਨੇ। ਠੀਕ ਹੈ ਜੀ, 1028 ਭਜਨਾਂ ਦਾ ਇਹ ਸੰਗ੍ਰਹਿ ਹੈ। ਰਿਗਵੇਦ ਅੱਗੇ 10 ਚੈਪਟਰਸ, ਜਿਨ੍ਹਾਂ ਨੂੰ ਆਪਾਂ 10 ਮੰਡਲ ਕਹਿੰਦੇ ਹਾਂ, ਉਹਨਾਂ ਵਿੱਚ ਵੰਡਿਆ ਹੋਇਆ ਹੈ, ਡਿਵਾਈਡਡ ਇਨਟੂ 10 ਮੰਡਲਸ, 10 ਮੰਡਲਾਂ ਦੇ ਵਿੱਚ ਇਹ ਵੰਡਿਆ ਹੋਇਆ ਹੈ। ਰਿਗਵੇਦ ਕਿਸ ਨਾਲ ਡੀਲ ਕਰਦਾ ਹੈ, ਇਟ ਡੀਲਸ ਵਿਦ ਸੈਕਰੀਫਿਸ਼ਲ ਰਿਚੁਅਲਸ ਐਂਡ ਅਦਰ ਰਿਚੁਅਲਸ ਵਿਦ ਅਟਮੋਸਟ ਡੈਵੀਏਸ਼ਨ, ਬਲੀ ਦੀਆਂ ਰਸਮਾਂ ਅਤੇ ਹੋਰ ਤਰੀਕੇ ਦੇ ਜੋ ਵੀ ਆਪਣੀਆਂ ਰਸਮਾਂ ਨੇ, ਉਹਨਾਂ ਨੂੰ ਪੂਰੀ ਸ਼ਰਧਾ ਨਾਲ ਨਜਿੱਠਣ ਬਾਰੇ ਇਹ ਗੱਲ ਕਰਦਾ ਹੈ ਕਿ ਕਿਹੜੀ ਰਸਮ ਜਾਂ ਕਿਹੜੀ ਬਲੀ ਕਿਸ ਤਰੀਕੇ ਨਾਲ ਦਿੱਤੀ ਜਾਊਗੀ, ਜਾਂ ਕਿਹੜੀ ਰਸਮ ਕਿਸ ਤਰੀਕੇ ਨਾਲ ਅਦਾ ਕੀਤੀ ਜਾਊਗੀ ਪੂਰੀ ਸ਼ਰਧਾ ਦੇ ਨਾਲ, ਤਾਂ ਕਿ ਦੇਵੀ ਦੇਵਤੇ ਨਾਰਾਜ਼ ਨਾ ਹੋ ਜਾਣ। ਉਹਨਾਂ ਦੀ ਪੂਰੀ ਗੱਲ ਕਿਸ ਵਿੱਚ ਕੀਤੀ ਗਈ ਹੈ, ਰਿਗਵੇਦ ਵਿੱਚ ਕੀਤੀ ਗਈ ਹੈ। ਰਿਗਵੇਦ ਵਿੱਚ ਹੀ ਜ਼ਿਕਰ ਆਉਂਦਾ ਹੈ ਬੈਟਲ ਆਫ 10 ਕਿੰਗਸ, 10 ਰਾਜਿਆਂ ਦਾ ਯੁੱਧ। ਠੀਕ ਹੈ ਜੀ, 10 ਰਾਜਾਜ਼ ਵੌਰ, 10 ਰਾਜਾਜ਼ ਵੌਰ, 10 ਰਾਜਿਆਂ ਦੇ ਯੁੱਧ ਦਾ ਜ਼ਿਕਰ ਵੀ ਕਿਸ ਦੇ ਵਿੱਚ ਆਉਂਦਾ ਹੈ, ਰਿਗਵੇਦ ਦੇ ਵਿੱਚ ਹੀ ਆਉਂਦਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ 10 ਰਾਜਿਆਂ ਦਾ ਯੁੱਧ ਪੁਰੁਸ਼ਨੀ ਨਦੀ ਦੇ ਕੰਢੇ 'ਤੇ ਹੋਇਆ ਸੀ, ਪੁਰੁਸ਼ਨੀ ਰਿਵਰ। ਅਤੇ ਆਪਾਂ ਨੂੰ ਪਤਾ ਹੈ ਪੁਰੁਸ਼ਨੀ ਰਿਵਰ ਜਾਂ ਪੁਰੁਸ਼ਨੀ ਨਦੀ ਰਿਗਵੇਦਿਕ ਕਿਸ ਨਦੀ ਦਾ ਰਿਗਵੈਦਿਕ ਨਾਮ ਹੈ, ਤਾਂ ਇਹ ਰਾਵੀ ਨਦੀ ਦਾ ਰਿਗਵੈਦਿਕ ਨਾਮ ਹੈ। ਤਾਂ ਪੇਪਰ ਵਿੱਚ ਕੁਐਸਚਨ ਆਉਂਦਾ ਹੈ ਕਿ 10 ਰਾਜਿਆਂ ਦਾ ਯੁੱਧ ਕਿਸ ਨਦੀ ਦੇ ਕੰਢੇ 'ਤੇ ਹੋਇਆ ਸੀ, ਰਾਵੀ ਨਦੀ ਦੇ ਕੰਢੇ 'ਤੇ ਹੋਇਆ ਸੀ। ਅਤੇ 10 ਰਾਜਿਆਂ ਦਾ ਯੁੱਧ ਦਾ ਜ਼ਿਕਰ ਕਿਸ ਧਾਰਮਿਕ ਗ੍ਰੰਥ ਦੇ ਵਿੱਚ ਹੈ, ਤਾਂ ਰਿਗਵੇਦ ਦੇ ਵਿੱਚ ਹੈ। ਰਿਗਵੇਦ ਦੱਸਦਾ ਹੈ 10 ਰਾਜਿਆਂ ਦੇ ਯੁੱਧ ਬਾਰੇ, ਜੋ ਕਿ ਪੁਰੁਸ਼ਨੀ ਰਿਵਰ ਮਤਲਬ ਰਾਵੀ ਨਦੀ, ਇਸ ਦੇ ਕੰਢੇ 'ਤੇ ਹੋਇਆ ਸੀ। ਇਹ ਯੁੱਧ ਜੋ ਹੋਇਆ ਸੀ ਦਾ ਮੇਨ ਕਾਰਨ ਸੀ ਕਿ ਜੋ ਇੱਕ ਆਪਣੇ ਭਾਰਤ ਦੇ ਵਿੱਚ ਕਬੀਲਾ ਰਹਿੰਦਾ ਸੀ, ਭਾਰਤ ਟਰਾਈਬ, ਭਾਰਤ ਦਾ ਜੋ ਰਾਜਾ ਸੀ ਕਿੰਗ ਸੁਡਾਸ, ਭਾਰਤ ਕਬੀਲੇ ਦੇ ਰਾਜਾ ਸੁਡਾਸ ਅਤੇ ਹੋਰ ਕਿਸ ਦੇ ਵਿਚਕਾਰ ਹੋਇਆ, ਐਂਡ ਵਰਸਿਸ 10 ਅਲਾਇੰਸਿਸ, 10 ਅਲਾਇੰਸ ਸੀਗੇ, 10 ਸੰਧੀ ਕੀਤੇ ਰਾਜੇ ਸੀਗੇ, ਉਹਨਾਂ ਦੇ ਵਿਚਕਾਰ ਹੋਇਆ ਸੀ। ਇੱਕ ਪਾਸੇ ਸੀਗਾ ਭਰਤ ਕਬੀਲੇ ਦਾ ਸੁਦਾਸ ਰਾਜਾ, ਇੱਕ ਪਾਸੇ ਸੀਗੇ 10 ਸੰਧੀ ਕੀਤੇ ਰਾਜੇ। ਇਹਨਾਂ 10 ਦੇ ਵਿੱਚੋਂ 5 ਰਾਜੇ ਸੀਗੇ ਆਰੀਅਨਸ, 5 ਆਰੀਅਨ ਰਾਜੇ ਸੀਗੇ ਅਤੇ 5 ਨੌਨ ਆਰੀਅਨ ਸੀਗੇ, ਅਤੇ 5 ਉਰੇ ਲਿਖ ਰਹੇ ਜੀ। ਠੀਕ ਹੈ ਜੀ, 5 ਸੀਗੇ ਆਰੀਅਨਸ ਅਤੇ 5 ਸੀਗੇ ਨੌਨ ਆਰੀਅਨਸ। 5 ਆਰੀਅਨਸ ਰਾਜੇ ਸੀ, 5 ਨੌਨ ਆਰੀਅਨ ਰਾਜੇ ਸੀ। ਤਾਂ ਇੱਕ ਪਾਸੇ ਭਰਤ ਕਬੀਲੇ ਦਾ ਸੁਦਾਸ ਰਾਜਾ, ਇੱਕ ਪਾਸੇ 10 ਰਾਜੇ, 10 ਰਾਜਿਆਂ ਦੇ ਵਿੱਚੋਂ 5 ਆਰੀਅਨਸ ਅਤੇ 5 ਨੌਨ ਆਰੀਅਨਸ। ਇਸ ਯੁੱਧ ਦੇ ਹੋਣ ਦਾ ਮੇਨ ਕਾਰਨ ਕੀ ਸੀ,
इस युद्ध के होने का मेन कारण सी कि एक तो भरत कबीले का गुरु सी, ठीक है, पेपर 'च नहीं पूछते, वैसे कहानी दस रहा। भारत कबीले का गुरु सी वशिष्ठ, भारत कबीले के गुरु वशिष्ठ, तो इस 10 राजियां जो 10 संधि किते राजियां का गुरु सी विश्वमित्रा, उन्होंने दोनों के उन्होंने दोनों ब्राह्मण के की हो गया सी, किसी गल नूं लैके अणबण हो गई सी, तो दोनों ने एक दूजे की बेइज्जती करती वशिष्ठ ते विश्वमित्रा ने। तो वशिष्ठ की बेइज्जती का बदला लैण लई भरत कबीले का राजा सुदाश ते विश्वामित्रा की बेइज्जती का बदला लैण लई 10 संधि कीते राजे एक दूजे नाल की करा, इन्हां ने युद्ध किया रावी नदी के कंढे ते। इस युद्ध का रिजल्ट की निकलिया, भरत राजा जो भरत कबीले का राजा सी सुदाश, ये की हो गया, जित गया, विन, यह इस युद्ध नूं जित्तिया। तो ये सारी जानकारी जिहड़ी आपां नूं मिलदी है कि यह युद्ध किन्हां दे विचकार होया, किवें होया, सब कुछ आपां नूं ऋग्वेद दे विच ही मिलदा है। ऋग्वेद च जिक्र किया गया कि 10 राजियां का युद्ध जो सी यह पुरुषनी रिवर, जो कि ऋग्वैदिक नाम है रावी नदी का, इस दे कंढे ते होया सी। तो पेपर दे विच हो पुछणगे कि बैटल ऑफ 10 किंग्स किस नदी के कंढे ते हुई, तो थोड़ा आंसर क्या आएगा, रावी रिवर के कंढे ते हुई। तो जी हुण देखो जो चैप्टर ने ऋग्वेद दे विच जिसनूं आपां मंडल्स कहने आ, मंडल्स इन ऋग्वेदा, ऋग्वेद विच मंडल जो ने, इन्हां विचों 2nd and 7th मंडल्स आर द अर्लीएसट मंडल्स। दूसरा अते 7वां मंडल सब तो पुराने मंडल ने। पूछा जाए ऋग्वेद विच सब तो पुराने मंडल किहड़े ने, तो आंसर आएगा 2nd and 7th। दूसरा ते 7वां मंडल सब तो पुराने मंडल ने ऋग्वेद दे विच। पहला ते 10वां मंडल बाद विच ऐड करे गए ने, बाद विच जोड़े गए ने। तीसरे मंडल दे विच गल कीती गई है गायत्री मंत्र दी। गायत्री मंत्र का जिक्र किस मंडल दे विच आउंदा है, मोस्ट इंपोर्टेंट है जी, सब तो महत्वपूर्ण, तो तुहाडा आंसर आएगा 3rd मंडल। तीसरे मंडल विच गायत्री मंत्र का जिक्र आउंदा है। गायत्री मंत्र किस द्वारा लिखिया गया सी, गायत्री मंत्र वाज रिटन बाय विश्वामित्रा। तीजे मंडल विच विश्वामित्र द्वारा लिखिया गायत्री मंत्र है, जो कि देवी सावित्री ते भगवान सूरज नूं समर्पित है। पूछा जाए गायत्री मंत्र किस गॉड नूं डेडिकेट किया गया है, तो इट वाज डेडिकेटेड टू सन, सूरज देवता नूं इसनूं डेडिकेट किया गया है, समर्पित किया गया है। 9th मंडल इज़ द कंपलेशन ऑफ सोमा। 10वें मंडल विच सोमा का संकलन है। 10वें मंडल दे विच, ठीक है जी, 9th मंडल विच सोम आउंदा है, 10वें मंडल विच आउंदा है कंटेन द फेमस पुरुष शुक्ता। लास्ट लैक्चर दे विच मैं तुहानूं दस्सिया सी कि लेटर वैदिक पीरियड विच जाके जो जातां सी ओह धर्म के आधार ते बन गई सी, जां आपां कह लईए बर्थ के आधार ते, जन्म के आधार ते बन गई सी। तो जिहड़े ओह जन्म के आधार ते कास्ट ऑन बर्थ बेसिस, बर्थ का बेस बन गया सीगा, जन्म का आधार बन गया सी हर एक जात का, तो वह चीज़ उसनूं की कहंदे ने, पुरुष शुक्ता। पुरुष शुक्ता, इस पुरुष शुक्ता विच ही एक्सप्लेन किया गया है कि 4 वर्ण सी, ब्राह्मण, क्षत्रिय, वैश्य, शूद्र। वह सारे किस तो बने, यह वर्णन दे विच यह आए माउथ, आर्म्स, थाई एंड फीट। माउथ तो आए ब्राह्मण, आर्म्स तो आए क्षत्रि, थाई तो आए वैश्य, फीट तो आए शूद्र। तो इन्हां सारियां दा जिक्र किस मंडल दे विच है, इस सब का जिक्र 10वें मंडल दे विच है, ठीक है। 10th मंडल दे विच 10वें मंडल दे विच इन्हां जातां दा जिक्र किया गया है कि जातां जन्म के आधार ते सी, किवें सी, वो सब कुछ 10वां मंडल ऋग्वेद का 10वां चैप्टर आपां नूं दसदा है। अगे देखो किहड़े मंडल विच की आउंदा है, पेपर के पॉइंट ऑफ व्यू नाल सारे इंपोर्टेंट ने। पहला मंडल फस्ट मंडल ये आउंदा है गैंबलिंग, मतलब कि जुआ, जुए का जिक्र पहले मंडल विच आउंदा है। 2nd मंडल एग्रीकल्चर, खेतीबाड़ी, खेतीबाड़ी ये किस आउंदी है, दूसरे मंडल दे विच। 3rd मंडल दे विच आउंदी है गायत्री मंत्र, ठीक है। 3rd मंडल दे विच आउंदा है गायत्री मंत्र, विश्वमित्रा वालों लिखिया गया, सूरज भगवान नूं समर्पित। 4th मंडल दे विच आउंदा है एग्रीकल्चर एक्टिविटीज़। देखो एग्रीकल्चर कल्ला एग्रीकल्चर खेतीबाड़ी दूसरे मंडल दे विच, पर एग्रीकल्चरल एक्टिविटीज़ खेतीबाड़ी दीयां गतिविधियां यह 4थे मंडल दे विच आउंदियां ने। 5वें मंडल विच फायर एंड होर्स, अग ते घोड़ा, इसका जिक्र किया गया है।
सिक्सथ मंडल ਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਹਰੀਓਪੀਆ। ਹਰੀਓਪੀਆ ਦਾ ਮਤਲਬ ਕੀ ਹੈ? ਇਹਦੇ ਵਿੱਚ ਹੈ ਡਿਕਲਾਈਨ ਆਫ ਹੜੱਪਾ। ਇਹਦੇ ਵਿੱਚ ਡਿਕਲਾਈਨ ਆਫ ਹੜੱਪਾ, ਹੜੱਪਾ ਦਾ ਜਿਹੜਾ ਖਤਮ ਹੋਣਾ ਉਸ ਨੂੰ ਕਿਸ ਦੇ ਨਾਲ ਜੋੜਿਆ ਗਿਆ ਹੈ? ਕਿਸ ਦੇ ਨਾਲ ਜੋੜਿਆ ਗਿਆ ਹੈ? ਆਰੀਅਨਸ ਦੇ ਉਦੇ ਦੇ ਨਾਲ, ਆਰੀਅਨਸ ਦੇ ਭਾਰਤ ਆਉਣ ਦੇ ਨਾਲ ਜੋੜਿਆ ਗਿਆ ਹੈ ਹੜੱਪਾ ਦੇ ਖਾਤਮੇ ਨੂੰ, ਕਿ ਹੜੱਪਾ ਦਾ ਖਾਤਮਾ ਆਰੀਅਨਸ ਦੇ ਭਾਰਤ ਹੋਣ ਨਾਲ ਹੋਇਆ। ਉਸ ਸ਼ਬਦ ਨੂੰ ਕਹਿੰਦੇ ਨੇ ਹਰੀਓਪੀਆ। ਤਾਂ ਹਰੀਓਪੀਆ ਸ਼ਬਦ 6ਵੇਂ ਮੰਡਲ ਦੇ ਵਿੱਚ ਆਉਂਦਾ ਹੈ। 7ਵੇਂ ਮੰਡਲ ਦੇ ਵਿੱਚ ਗੱਲ ਕਰੀ ਗਈ ਹੈ ਵਰੁਣ ਵਰਸ਼ਿਪ ਦੀ ਅਤੇ ਬੈਟਲ ਆਫ 10 ਰਾਜਾਸ, 10 ਰਾਜਿਆਂ ਦਾ ਯੁੱਧ ਅਤੇ ਵਰੁਣ ਜੋ ਦੇਵਤਾ ਸੀ ਉਸ ਦੀ ਪੂਜਾ ਕਰਨੀ ਹੈ। ਉਹਨਾਂ ਸਭ ਦਾ ਜ਼ਿਕਰ 7ਵੇਂ ਮੰਡਲ ਦੇ ਵਿੱਚ ਆਉਂਦਾ ਹੈ। 8ਵੇਂ ਮੰਡਲ ਦੇ ਵਿੱਚ ਨੌਨ ਆਰੀਅਨਸ, ਜਿਹੜੇ ਆਰੀਅਨਸ ਨਹੀਂ ਸੀ ਉਹਨਾਂ ਦਾ ਜ਼ਿਕਰ ਕੀਤਾ ਗਿਆ ਹੈ। 9ਵੇਂ ਮੰਡਲ ਦੇ ਵਿੱਚ ਸੋਮਰਸ ਦੀ ਗੱਲ ਹੋਈ ਹੈ ਅਤੇ ਇੱਕ ਸਟੇਟਮੈਂਟ ਆਉਂਦੀ ਹੈ। ਸਟੇਟਮੈਂਟ ਕੀ ਹੈ? ਮੈਂ ਕਵੀ ਹਾਂ, ਪਿਤਾ ਵੈਦ ਹਨ, ਮਾਤਾ ਅਨਾਜ ਪੀਸਦੀ ਹੈ, ਫਿਰ ਵੀ ਅਸੀਂ ਇਕੱਠੇ ਰਹਿੰਦੇ ਹਾਂ। ਇਸ ਸਟੇਟਮੈਂਟ ਦਾ ਮਤਲਬ ਕੀ ਹੈ? ਮੀਨਿੰਗ ਕੀ ਹੈ? ਦੇਖੋ ਇਹ ਸਟੇਟਮੈਂਟ ਉਸ ਟਾਈਮ ਦਾ ਜੋ ਵੀ ਆਪਣਾ ਕਿਸ ਚੀਜ਼ ਨੂੰ ਸ਼ੋਅ ਕਰ ਰਿਹਾ। ਦੇਖੋ ਜੋ ਆਪਣਾ ਰਿਗਵੇਦ ਲਿਖਿਆ ਗਿਆ, ਰਿਗਵੇਦ ਕਦੋਂ ਲਿਖਿਆ ਗਿਆ? ਅਰਲੀ ਵੈਦਿਕ ਪੀਰੀਅਡ ਦੇ ਵਿੱਚ ਲਿਖਿਆ ਗਿਆ। ਅਰਲੀ ਵੈਦਿਕ ਪੀਰੀਅਡ ਵਿੱਚ ਜਾਤਾਂ ਕਿਸ ਆਧਾਰ 'ਤੇ ਸੀ? ਓਕੂਪੇਸ਼ਨ ਦੇ ਆਧਾਰ 'ਤੇ ਸੀ, ਕੰਮ ਦੇ ਆਧਾਰ 'ਤੇ ਸੀ। ਕੰਮ ਦੇ ਆਧਾਰ 'ਤੇ ਜਾਤਾਂ ਹੋਣ ਦੇ ਕਾਰਨ ਇਹ ਸਭ ਕੀ ਰਹਿੰਦੇ ਸੀ? ਸਭ ਰਲ ਮਿਲ ਕੇ ਰਹਿੰਦੇ ਸੀ, ਸਾਰੇ ਰਲ ਮਿਲ ਕੇ ਰਹਿੰਦੇ ਸੀ। ਲੇਟਰ ਵਾਂਗੂ ਇਹ ਨਹੀਂ ਹੋਇਆ ਕਿ ਸ਼ੂਦਰਾਂ ਨੂੰ ਸਮਾਜ 'ਚੋਂ ਬਾਹਰ ਹੀ ਕਰਕੇ ਬਾਹਰ ਰਹਿਣ ਲਾਤਾ ਸੀਗਾ ਕਿ ਤੁਸੀਂ ਬਾਹਰ ਰਿਹਾ ਕਰੋਗੇ। ਅਰਲੀ ਦੇ ਵਿੱਚ ਕੰਮ ਦੇ ਆਧਾਰ 'ਤੇ ਜਾਤਾਂ ਸੀ ਅਤੇ ਸਾਰੇ ਇੱਕ ਹੀ ਜਗ੍ਹਾ 'ਤੇ ਇੱਕ ਹੀ ਪਿੰਡ ਦੇ ਵਿੱਚ ਵਧੀਆ ਮਿਲ ਜੁਲ ਕੇ ਰਹਿੰਦੇ ਸੀ। ਉਸ ਚੀਜ਼ ਨੂੰ ਹੀ, ਇਸ ਮਿਲਣ ਮਿਲਾਪ ਨੂੰ, ਇਸ ਭਾਈਚਾਰੇ ਨੂੰ ਹੀ ਦਰਸਾਉਂਦੀ ਹੈ ਇਹ ਸਟੇਟਮੈਂਟ। ਇਸ ਦੇ ਵਿੱਚ ਅਲੱਗ-ਅਲੱਗ ਵਰਨਾਂ ਦੀ ਗੱਲ ਕਰੀ ਗਈ ਹੈ। ਦੇਖੋ ਜਿਵੇਂ ਕਿ ਮੈਂ ਕਵੀ ਹਾਂ, ਕਵੀ ਕਿਹਦੇ ਵਿੱਚ ਆਉਂਦਾ ਹੈ? ਕਵੀ ਆਉਂਦਾ ਹੈ ਆਪਣਾ ਵੈਸ਼ ਦੇ ਵਿੱਚ, ਆਰਟੀਸ਼ਨਸ, ਕਵੀ ਵੈਸ਼ ਦੇ ਵਿੱਚ। ਪਿਤਾ ਵੈਦ ਹਨ, ਵੈਦ, ਠੀਕ ਹੈ ਜੀ। ਜਾਂ ਆਪਾਂ ਕਹਿ ਲਈਏ ਕਵੀ ਵੈਸ਼ ਨਹੀਂ, ਠੀਕ ਹੈ, ਕਵੀ ਵੈਸ਼ ਦੇ ਵਿੱਚ ਨਹੀਂ ਆਏਗਾ। ਕਵੀ ਆਏਗਾ ਆਪਣਾ ਪੜ੍ਹਿਆ ਲਿਖਿਆ ਹੈ। ਕਵੀ ਕੀ ਹੈ? ਪੜ੍ਹਨ ਲਿਖਣ ਦਾ ਕੰਮ ਕਰਦਾ ਹੈ। ਪ੍ਰਿਸ਼ਟ ਮਤਲਬ ਬ੍ਰਾਹਮਣ, ਤਾਂ ਕਵੀ ਕਿਹੜੀ ਜਾਤ ਹੋ ਗਈ? ਪ੍ਰਿਸ਼ਟ ਜਾਂ ਬ੍ਰਾਹਮਣ, ਜਿਹੜੇ ਪੜ੍ਹ ਲਿਖ ਸਕਦੇ ਨੇ। ਪਿਤਾ ਵੈਦ ਹਨ, ਵੈਦ ਆਪਦਾ ਕੀਤਾ ਕਰਦੇ ਨੇ, ਆਪਦਾ ਕੀਤਾ ਕਰਦੇ ਨੇ ਮਤਲਬ ਵੈਸ਼। ਮਾਤਾ ਅਨਾਜ ਪੀਸਦੀ ਹੈ, ਅਨਾਜ ਪੀਸਣ ਦਾ ਕੰਮ ਕੀ ਹੈ? ਹੱਥੀਂ ਕੰਮ ਹੋ ਗਿਆ, ਥੋੜ੍ਹਾ ਮਿਹਨਤ ਵਾਲਾ ਕੰਮ ਹੈ, ਤਾਂ ਇਹ ਕੌਣ ਹੋ ਗਿਆ? ਸ਼ੂਦਰ। ਤਾਂ ਮਤਲਬ ਬ੍ਰਾਹਮਣ, ਵੈਸ਼, ਸ਼ੂਦਰ, ਇਹ ਜਿਹੜੇ 3 ਵਰਨ ਨੇ ਇਕੱਠੇ ਇੱਕ ਜਗ੍ਹਾ ਰਹਿੰਦੇ ਨੇ, ਫਿਰ ਵੀ ਅਸੀਂ ਇਕੱਠੇ ਰਹਿੰਦੇ ਹਾਂ। ਮਤਲਬ ਮੈਂ ਕਵੀ ਹਾਂ, ਮਤਲਬ ਕਿ ਮੈਂ ਬ੍ਰਾਹਮਣ ਜਾਤ ਨਾਲ ਸੰਬੰਧਿਤ ਹਾਂ। ਪਿਤਾ ਵੈਦ ਹਨ, ਉਹ ਆਪਦੇ ਹੱਥੀਂ ਕਿਰਤ ਕਰਦੇ ਨੇ, ਕੰਮ ਕਰਦੇ ਨੇ, ਵੈਸ਼ ਨੇ। ਮਾਤਾ ਅਨਾਜ ਪੀਸਦੀ ਹੈ, ਅਨਾਜ ਪੀਸਣ ਦਾ ਕੰਮ ਥੋੜ੍ਹਾ ਜਿਹਾ ਜ਼ਿਆਦਾ ਮਿਹਨਤ ਵਾਲਾ ਕੰਮ ਉਦੋਂ ਕੌਣ ਕਰਦੇ ਸੀ? ਸ਼ੂਦਰ ਕਰਦੇ ਸੀ। ਅਸੀਂ ਫਿਰ ਵੀ ਮਿਲ ਕੇ ਰਹਿੰਦੇ ਹਾਂ, ਫਿਰ ਵੀ ਅਸੀਂ ਇਕੱਠੇ ਰਹਿੰਦੇ ਹਾਂ। ਤਾਂ ਇਹ ਚੀਜ਼, ਤਾਂ ਇਹ ਸਟੇਟਮੈਂਟ ਦਾ ਜ਼ਿਕਰ ਕਿਸ ਮੰਡਲ 'ਚ ਕੀਤਾ ਗਿਆ ਹੈ? 9th ਮੰਡਲ ਦੇ ਵਿੱਚ ਕੀਤਾ ਗਿਆ ਹੈ, 9ਵੇਂ ਮੰਡਲ ਵਿੱਚ ਕੀਤਾ ਗਿਆ ਹੈ। 10ਵੇਂ ਮੰਡਲ ਦੇ ਵਿੱਚ ਗੱਲ ਆਉਂਦੀ ਹੈ ਪੁਰਸ਼ੁਕਤਾ ਦਾ, ਕਾਸਟ ਔਨ ਬਰਥ ਬੇਸਿਸ, ਇਸ ਚੀਜ਼ ਦਾ। ਪੋਲੀਥੀਜ਼ਮ ਦਾ ਮਤਲਬ ਇੱਕ ਤੋਂ ਵੱਧ ਦੇਵਤਿਆਂ ਦੀ ਪੂਜਾ, ਇੱਕ ਤੋਂ ਵੱਧ ਦੇਵਤੇ ਜਾਂ ਇੱਕ ਤੋਂ ਵੱਧ ਭਗਵਾਨ ਮੰਨਣੇ। ਇਹ ਅਰਥ ਇਜ਼ ਫੈਮਿਲੀ, ਠੀਕ ਹੈ ਜੀ। ਪੂਰੀ ਧਰਤੀ ਕੀ ਹੈ? ਆਪਣਾ ਪਰਿਵਾਰ ਹੈ। ਦੇਖੋ ਰਿਗਵੇਦ ਜਿਹੜਾ ਲਿਖਿਆ ਗਿਆ, ਰਿਗਵੇਦ ਮੇਨਲੀ ਸਾਰਾ ਸਾਇੰਟੀਫਿਕ ਤੌਰ 'ਤੇ ਲਿਖਿਆ ਗਿਆ। ਇਹਦੇ ਵਿੱਚ ਕੀ ਚੀਜ਼ ਦਰਸਾਈ ਗਈ ਕਿ ਅਰਥ ਜੋ ਹੈ, ਜੋ ਆਪਣਾ ਪ੍ਰਿਥਵੀ ਹੈ, ਪ੍ਰਿਥਵੀ ਸਾਡੀ ਕੀ ਹੈ? ਇੱਕ ਸਾਡਾ ਪਰਿਵਾਰ ਹੈ, ਜਿਸ ਨੂੰ ਕਹਿੰਦੇ ਨੇ ਵਸੁਵੇਦ ਕੁਟੁੰਬਕਮ, ਯਾਨੀ ਕਿ ਅਰਥ ਉੱਤੇ ਜਿੰਨੇ ਵੀ ਜੀਵ ਰਹਿੰਦੇ ਨੇ, ਚਾਹੇ ਉਹ ਹਿਊਮਨ ਹੈ, ਚਾਹੇ ਉਹ ਪਲਾਂਟਸ ਨੇ, ਚਾਹੇ ਦੂਸਰੇ ਐਨੀਮਲਸ ਨੇ, ਸਭ ਦਾ ਕੀ ਹੈ? ਉਰੇ ਰਹਿਣ ਦਾ ਹੱਕ ਹੈ ਅਤੇ ਸਾਰੇ ਹੀ ਇੱਕ ਦੂਜੇ ਦੇ ਨਾਲ ਮਿਲ ਕੇ ਰਹਿਣ, ਸਾਰੇ ਹੀ ਇੱਕ ਪਰਿਵਾਰ ਦਾ ਹਿੱਸਾ ਨੇ। ਹਿਊਮਨ, ਪਲਾਂਟਸ, ਐਨੀਮਲਸ ਸਾਰੇ ਹੀ ਕੀ ਨੇ? ਇੱਕ ਦੂਜੇ ਨਾਲ ਸੰਬੰਧਿਤ ਨੇ, ਸਾਰੇ ਹੀ ਇੱਕ ਹੀ ਪਰਿਵਾਰ ਦੇ ਮੈਂਬਰ ਨੇ। ਤਾਂ ਹਿਊਮਨ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਪਲਾਂਟਸ ਨੂੰ ਜਾਂ ਐਨੀਮਲਸ ਨੂੰ ਕੋਈ ਦੁੱਖ ਦੇਵੇ, ਕੋਈ ਇਹਨਾਂ ਦੀ ਸ਼ਿਕਾਰ ਕਰੇ, ਇਹਨਾਂ ਨੂੰ ਮਾਰੇ। ਤਾਂ ਇਹ ਚੀਜ਼ ਖਿੱਚ ਕਹੀ ਗਈ ਹੈ 10ਵੇਂ ਮੰਡਲ 'ਚ ਕਹੀ ਗਈ ਹੈ ਰਿਗਵੇਦ ਦੇ। ਵਰਸ਼ਿਪ ਆਫ ਸਰਸਵਤੀ ਦੀ ਪੂਜਾ ਬਾਰੇ ਗੱਲ ਕਰੀ ਗਈ ਹੈ ਅਤੇ 8 ਟਾਈਪ ਦੀਆਂ ਮੈਰਿਜਿਸ, ਇਹਦੀ ਵੀ ਗੱਲ ਖਿੱਚ ਕਰੀ ਗਈ ਹੈ 10ਵੇਂ ਮੰਡਲ ਦੇ ਵਿੱਚ ਕੀਤੀ ਗਈ ਹੈ। ਤਾਂ ਇਹ ਨੇ ਜੀ ਆਪਣੇ 10 ਮੰਡਲ।
ਪਹਿਲੇ ਮੰਡਲ ਵਿੱਚ ਜੂਆ, ਦੂਜੇ ਮੰਡਲ ਵਿੱਚ ਖੇਤੀਬਾੜੀ, ਤੀਸਰੇ ਮੰਡਲ ਵਿੱਚ ਗਾਇਤਰੀ ਮੰਤਰ, ਚੌਥੇ ਮੰਡਲ ਦੇ ਵਿੱਚ ਖੇਤੀਬਾੜੀ ਗਤੀਵਿਧੀਆਂ, ਪੰਜਵੇਂ ਮੰਡਲ ਵਿੱਚ ਅੱਗ ਤੇ ਘੋੜਾ, ਛੇਵੇਂ ਮੰਡਲ ਵਿੱਚ ਹਰੀਓਪੀਆ ਸ਼ਬਦ, ਸੱਤਵੇਂ ਮੰਡਲ ਵਿੱਚ ਵਰੁਣ ਦੇਵਤੇ ਦੀ ਪੂਜਾ ਅਤੇ 10 ਰਾਜਿਆਂ ਦਾ ਯੁੱਧ, ਅੱਠਵੇਂ ਦੇ ਵਿੱਚ ਜਿਹੜੇ ਆਰੀਅਨਸ ਨਹੀਂ ਸੀ ਉਹਨਾਂ ਦੀ ਗੱਲ, ਨੌਵੇਂ ਮੰਡਲ ਵਿੱਚ ਸੋਮਰਸ ਦੀ ਗੱਲ ਕਰੀ ਗਈ ਹੈ ਅਤੇ ਇੱਕ ਸਟੇਟਮੈਂਟ ਦਿੱਤੀ ਗਈ ਹੈ ਕਿ ਮੈਂ ਕਵੀ ਹਾਂ, ਮਤਲਬ ਮੈਂ ਬ੍ਰਾਹਮਣ ਜਾਤ ਨਾਲ ਸੰਬੰਧਿਤ ਹਾਂ, ਪਿਤਾ ਵੈਦ ਨੇ ਮਤਲਬ ਵੈਸ਼ ਨੇ, ਮਾਤਾ ਅਨਾਜ ਪੀਸਦੀ ਹੈ ਮਤਲਬ ਸ਼ੂਦਰ ਨੇ, ਯਾਨੀ ਕਿ ਅਸੀਂ ਅਲੱਗ-ਅਲੱਗ ਵਰੁਣ ਜਿਹੜੇ ਅਲੱਗ-ਅਲੱਗ ਵਰਨ ਅਸੀਂ ਸਮਾਜ ਦੇ, ਫਿਰ ਵੀ ਅਸੀਂ ਅਲੱਗ-ਅਲੱਗ ਹੁੰਦੇ ਹੋਏ ਵੀ ਇਕੱਠੇ ਹੀ ਰਹਿੰਦੇ ਹਾਂ, ਠੀਕ ਹੈ, ਅਸੀਂ ਇਕੱਠੇ ਹਾਂ। 10ਵੇਂ ਮੰਡਲ ਦੇ ਵਿੱਚ ਪੁਰਸ਼ੁਕਤਾ ਯਾਨੀ ਕਿ ਕਾਸਟ ਜਨਮ ਦੇ ਆਧਾਰ 'ਤੇ, ਪੋਲੀਥੀਜ਼ਮ ਇੱਕ ਤੋਂ ਵੱਧ ਦੇਵਤਿਆਂ ਦੀ ਪੂਜਾ, ਅਰਥ ਇੱਕ ਹੀ ਫੈਮਿਲੀ ਹੈ ਸਿੰਗਲ ਫੈਮਿਲੀ, ਸਰਸਵਤੀ ਦੀ ਪੂਜਾ ਅਤੇ 8 ਤਰ੍ਹਾਂ ਦੀਆਂ ਜੋ ਵਿਆਹ ਨੇ ਇਹਨਾਂ ਸਭ ਦਾ ਜ਼ਿਕਰ ਕੀਤਾ ਗਿਆ ਹੈ ਜੀ ਇਹ 10ਵੇਂ ਮੰਡਲ ਦੇ ਵਿੱਚ। ਤਾਂ ਰਿਗਵੇਦ ਬਾਰੇ ਹੋਰ ਫੈਕਟ ਦੇਖੋ, ਰਿਗਵੇਦ ਵਿੱਚ ਜੋ ਸਭ ਤੋਂ ਵੱਧ ਵਾਰ ਸ਼ਬਦ ਆਉਂਦਾ ਹੈ ਓਮ। ਓਮ ਵਰਡ ਮੈਂਸ਼ਨਡ ਇਨ ਰਿਗਵੇਦ ਦਾ ਮੈਕਸੀਮਮ ਟਾਈਮ ਲਗਭਗ 1028 ਟਾਈਮਸ। ਓਮ ਸ਼ਬਦ ਦਾ ਰਿਗਵੇਦ ਵਿੱਚ ਅਧਿਕਤਮ ਵਾਰ ਭਾਵ 1028 ਵਾਰ ਜ਼ਿਕਰ ਕੀਤਾ ਗਿਆ ਹੈ। ਤਾਂ ਓਮ ਸ਼ਬਦ 1028 ਵਾਰ ਆਉਂਦਾ ਹੈ ਰਿਗਵੇਦ ਦੇ ਵਿੱਚ। ਜਨ ਸ਼ਬਦ ਆਉਂਦਾ ਹੈ ਰਿਗਵੇਦ ਦੇ ਵਿੱਚ 275 ਵਾਰ। ਰਿਗਵੇਦ ਵਿੱਚ 250 ਹਾਈਮਨਸ ਜੋ ਨੇ 250 ਭਜਨ ਨੇ ਇਹ ਇੰਦਰ ਦੇਵਤਾ ਨੂੰ ਡੈਡੀਕੇਟਡ ਨੇ। 200 ਹਾਈਮਨਸ 200 ਜਿਹੜੇ ਭਜਨ ਨੇ ਇਹ ਅਗਨੀ ਦੇਵਤਾ ਨੂੰ ਸਮਰਪਿਤ ਨੇ। ਤਾਂ ਰਿਗਵੇਦ ਵਿੱਚ ਇੰਦਰ ਨੂੰ ਸਮਰਪਿਤ 250 ਭਜਨ ਅਤੇ ਅਗਨੀ ਨੂੰ ਸਮਰਪਿਤ 200 ਭਜਨ ਹਨ। ਰਿਗਵੇਦ ਵਿੱਚ ਸਭ ਤੋਂ ਪਵਿੱਤਰ ਨਦੀ ਸਰਸਵਤੀ ਹੈ। ਸਰਸਵਤੀ ਇਜ਼ ਦਾ ਡਾਇਟੀ ਰਿਵਰ ਇਨ ਰਿਗਵੇਦਾ। ਰਿਗਵੇਦ ਵਿੱਚ ਸਰਸਵਤੀ ਦੀ ਨਦੀ ਸਭ ਤੋਂ ਪਵਿੱਤਰ ਨਦੀ ਦੇਵੀ ਨਦੀ ਮੰਨੀ ਜਾਂਦੀ ਹੈ। ਰਿਗਵੇਦ ਦਾ ਜੋ ਉਪਵੇਦ ਹੈ ਉਪਵੇਦ ਆਫ ਰਿਗਵੇਦਾ ਇਜ਼ ਆਯੁਰਵੇਦਾ, ਠੀਕ ਹੈ, ਜੋ ਕਿਸ ਨਾਲ ਡੀਲ ਕਰਦਾ ਹੈ ਵਿਚ ਡੀਲ ਵਿਦ ਮੈਡੀਸਨਸ। ਰਿਗਵੇਦ ਦਾ ਉਪਵੇਦ ਆਯੁਰਵੇਦ ਹੈ ਜੋ ਦਵਾਈਆਂ ਨਾਲ ਸੰਬੰਧਿਤ ਹੈ। ਰਿਗਵੇਦ ਦੇ 2 ਬ੍ਰਾਹਮਣ ਨੇ ਕੌਸ਼ਕੀ ਐਂਡ ਐਤਰੀਆ। ਕੌਸ਼ਕੀ ਅਤੇ ਐਤਰੀਆ ਰਿਗਵੇਦ ਦੇ 2 ਬ੍ਰਾਹਮਣਸ ਨੇ। ਬ੍ਰਾਹਮਣਸ ਕੀ ਨੇ? ਬ੍ਰਾਹਮਣਸ ਨੇ ਜੋ ਐਕਸਪਲੇਨੇਸ਼ਨ ਕੀਤੀ ਗਈ ਹੈ ਐਕਸਪਲੇਨੇਸ਼ਨ ਆਫ ਹਾਈਮਨਸ ਆਫ ਵੇਦਾ ਇਨ ਔਰਥੋਡੌਕਸ ਮੈਨਰ। ਔਰਥੋਡੌਕਸ ਮੈਨਰ ਦੇ ਵਿੱਚ ਜੋ ਰਿਗਵੇਦ ਵਿਚਲੇ ਭਜਨ ਨੇ ਜਾਂ ਹਾਈਮਨਸ ਨੇ ਉਹਨਾਂ ਦੀ ਜੋ ਪਰਿਭਾਸ਼ਾ ਦਿੱਤੀ ਗਈ ਹੈ ਉਹ ਕੀ ਨੇ? ਬ੍ਰਾਹਮਣ ਨੇ। ਹੁਣ ਔਰਥੋਡੌਕਸ ਮੈਨਰ ਕੀ ਹੁੰਦਾ? ਤਾਂ ਪੰਜਾਬੀ ਵਾਲਿਓ ਔਰਥੋਡੌਕਸ ਮੈਨਰ ਦਾ ਮਤਲਬ ਹੁੰਦਾ ਹੈ ਰੂੜੀਵਾਦੀ ਤਰੀਕੇ ਨਾਲ, ਰੂੜੀਵਾਦੀ ਤਰੀਕੇ ਨਾਲ, ਕੱਟੜਪੰਥੀ ਤਰੀਕੇ ਨਾਲ ਜਿਹੜੀ ਐਕਸਪਲੇਨੇਸ਼ਨ ਕਰੀ ਗਈ ਹੈ, ਪਰਿਭਾਸ਼ਾ ਦਿੱਤੀ ਗਈ ਹੈ ਵੇਦਾਂ ਦੇ ਸ਼ਬਦਾਂ ਦੀ, ਵੇਦਾਂ ਦੇ ਸ਼ਲੋਕਾਂ ਦੀ, ਉਸ ਨੂੰ ਕੀ ਕਹਿੰਦੇ ਆ? ਬ੍ਰਾਹਮਣ। ਤਾਂ ਰਿਗਵੇਦ ਦੇ 2 ਹੀ ਬ੍ਰਾਹਮਣ ਨੇ ਕੌਸ਼ਕੀ ਐਂਡ ਐਤਰਿਆ। ਕੌਸ਼ਕੀ ਅਤੇ ਐਤਰਿਆ ਇਹ ਰਿਗਵੇਦ ਦੇ 2 ਬ੍ਰਾਹਮਣ ਨੇ। ਅਤੇ ਜੋ ਰਿਗਵੇਦ ਪੜ੍ਹਦੇ ਨੇ, ਠੀਕ ਹੈ ਜੀ, ਜੋ ਰਿਗਵੇਦ ਨੂੰ ਪੜ੍ਹਦੇ ਨੇਗੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਰਿਗਵੇਦ ਪੜ੍ਹਨ ਵਾਲਿਆਂ ਨੂੰ ਕਿਹਾ ਜਾਂਦਾ ਹੈ ਆਪਣਾ ਪ੍ਰੋਹਿਤ। ਰਿਗਵੇਦ ਪੜ੍ਹਨ ਵਾਲੇ ਨੂੰ ਕੀ ਕਿਹਾ ਜਾਂਦਾ ਜੀ? ਪ੍ਰੋਹਿਤ। ਤਾਂ ਪ੍ਰੋਹਿਤ ਕੌਣ ਨੇ? ਹੂ ਰੀਡ ਰਿਗਵੇਦਾ। ਜੋ ਰਿਗਵੇਦ ਪੜ੍ਹਦੇ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਪ੍ਰੋਹਿਤ ਕਿਹਾ ਜਾਂਦਾ ਹੈ। ਤਾਂ ਇਹ ਰਾਈਟ ਡਾਊਨ ਕਰ ਲਿਓ ਉਹਦੇ 'ਚ। ਤਾਂ ਰਿਗਵੇਦ ਨੂੰ ਪੜ੍ਹਨ ਵਾਲੇ ਨੂੰ ਕੀ ਕਹਿੰਦੇ ਨੇ ਜੀ? ਪ੍ਰੋਹਿਤ ਕਹਿੰਦੇ ਨੇਗੇ, ਠੀਕ ਹੈ। ਤਾਂ ਇਹ ਸੀ ਸਾਰਾ ਆਪਣਾ ਰਿਗਵੇਦ ਦੇ ਬਾਰੇ, ਇਸ ਨੂੰ ਰਾਈਟ ਡਾਊਨ ਕਰ ਲਓ, ਠੀਕ ਹੈ ਜੀ। ਹੁਣ ਦੇਖਦੇ ਹਾਂ ਅੱਗੇ ਵਧਣ ਤੋਂ ਪਹਿਲਾਂ ਇੱਕ ਹੋਰ ਚੀਜ਼, ਰਿਗਵੇਦ ਵਿੱਚ ਟੋਟਲ ਮੰਤਰ ਕਿੰਨੇ ਨੇ? ਟੋਟਲ ਮੰਤਰਸ ਰਿਗਵੇਦ ਵਿੱਚ ਟੋਟਲ ਮੰਤਰ ਕਿੰਨੇ ਨੇ ਇਹ ਲਿਖ ਲਿਓ। ਰਿਗਵੇਦ ਵਿੱਚ ਲਗਭਗ 10,462 ਮੰਤਰ ਨੇ। ਕਿਤੇ ਕਿਤੇ ਇਹਨਾਂ ਦਾ ਜੋ ਆਉਂਦੀ ਹੈ 10,552 ਵੀ ਲਿਖੇ ਆਉਂਦੇ ਨੇ। ਤਾਂ ਕਿਤੇ ਲਿਖਿਆ ਹੁੰਦਾ ਕਿ 10,552 ਮੰਤਰ ਨੇ ਰਿਗਵੇਦ ਵਿੱਚ, ਪਰ ਜ਼ਿਆਦਾਤਰ 10,462 ਮੰਤਰ ਹੀ ਦੱਸੇ ਜਾਂਦੇ ਨੇ ਰਿਗਵੇਦ ਦੇ ਵਿੱਚ। ਤਾਂ ਇਹ ਵੀ ਰਾਈਟ ਡਾਊਨ ਕਰ ਲਿਓ ਜੀ। ਤਾਂ ਆਈ ਹੋਪ ਰਿਗਵੇਦ ਬਾਰੇ ਸਾਰਾ ਪਤਾ ਲੱਗ ਗਿਆ ਹੋਵੇਗਾ। ਤਾਂ ਅੱਗੇ ਦੇਖਦੇ ਹਾਂ, ਅਗਲਾ ਵੇਦ ਹੈ ਆਪਣਾ ਸਾਮਵੇਦ। ਸਾਮਵੇਦ ਜੋ ਸ਼ਬਦ ਲਿਆ ਗਿਆ ਹੈ ਇਹ ਲਿਆ ਗਿਆ ਹੈ ਰੂਟ ਵਰਡ ਜਿਹੜਾ ਹੈ ਇਸਦਾ ਹੈ ਸਮਨ, ਜਿਸ ਦਾ ਮਤਲਬ ਹੁੰਦਾ ਹੈ ਮੈਲੋਡੀ। ਮੈਲੋਡੀ ਦਾ ਮਤਲਬ ਹੁੰਦਾ ਹੈ ਮਿਊਜ਼ਿਕ, ਸੰਗੀਤ। ਤਾਂ ਸਾਮਵੇਦ ਦਾ ਜੋ ਰੂਟ ਵਰਡ ਹੈ ਜਿੱਥੋਂ ਇਹ ਸ਼ਬਦ ਲਿਆ ਗਿਆ ਹੈ ਉਹ ਹੈ ਸਮਨ, ਜਿਸ ਦਾ ਮਤਲਬ ਹੈ ਮੈਲੋਡੀ। ਮੈਲੋਡੀ ਦਾ ਮਤਲਬ ਹੁੰਦਾ ਹੈ ਸੰਗੀਤ ਜਾਂ ਫਿਰ ਮਿਊਜ਼ਿਕ। ਤਾਂ ਇਟ ਇਜ਼ ਦਾ ਕਲੈਕਸ਼ਨ ਆਫ ਮੈਲੋਡੀਜ਼, ਇਹ ਧੁਨਾਂ ਦਾ ਸੰਗ੍ਰਹਿ ਹੈ।
ਇਸ ਵਿੱਚ ਲਗਭਗ ਇਟ ਹੈਜ਼ 1603 ਵਰਸਿਸ, ਇਸ ਵਿੱਚ 1603 ਛੰਦ ਹਨ। ਇਟ ਮੀਨ ਟੂ ਬੀ ਸੰਗ ਐਟ ਦਾ ਟਾਈਮ ਆਫ ਸੋਮਾ ਸੈਕਰੀਫਾਈਸ, ਇਹ ਜਿਹੜੇ ਸ਼ਬਦ ਨੇ ਜਾਂ ਇਹ ਜਿਹੜੇ ਠੀਕ ਹੈ ਜੀ ਭਜਨ ਵਗੈਰਾ ਗਾਏ ਜਾਂਦੇ ਨੇ, ਇਹ ਕਦੋਂ ਗਾਏ ਜਾਂਦੇ ਨੇ? ਜਦੋਂ ਸੋਮ ਬਲੀ ਹੁੰਦੀ ਹੈ, ਸੋਮ ਬਲੀ ਦੇ ਸਮੇਂ ਗਾਏ ਜਾਣ ਵਾਲੇ ਸਾਰੇ ਇਹ ਭਜਨ ਵਗੈਰਾ ਨੇਗੇ ਸਾਮਵੇਦ ਦੇ ਵਿੱਚ। ਇਟ ਵਾਜ਼ ਸੰਗ ਬਾਏ ਉਦਗਤਰੀਸ, ਉਦਗਤਰੀਆਂ ਦੁਆਰਾ ਇਸ ਨੂੰ ਗਾਇਆ ਜਾਂਦਾ ਹੈ। ਠੀਕ ਹੈ ਜੀ। ਤਾਂ ਸਾਮਵੇਦ ਦੇ ਜਿਹੜੇ ਪੁਰੋਹਿਤ ਨੇ, ਪੁਰੋਹਿਤ ਕਿਹੜੇ ਹੋ ਗਏ? ਪੁਰੋਹਿਤ ਹੁੰਦੇ ਨੇ ਜਿਹੜੇ ਕਿ ਵੇਦ ਪੜ੍ਹਦੇ ਨੇ। ਤਾਂ ਸਾਮਵੇਦ ਨੂੰ ਪੜ੍ਹਨ ਵਾਲੇ ਪੁਰੋਹਿਤ ਨੂੰ ਕੀ ਕਹਿੰਦੇ ਨੇ? ਸਾਮਵੇਦ ਨੂੰ ਪੜ੍ਹਨ ਵਾਲੇ ਪੁਰੋਹਿਤ ਨੂੰ ਕਹਿੰਦੇ ਨੇ ਉਦਗਾਤਾ, ਉਦਗਾਤਾ। ਤਾਂ ਇਸ ਨੂੰ ਉਦਗਾਤਾ ਪੜ੍ਹਦੇ ਨੇਗੇ ਜਾਂ ਉਦਗਤਰੀਜ਼। ਉਦਗਤਰੀ ਜਾਂ ਉਦਗਾਤਾ ਸੇਮ ਚੀਜ਼ ਹੀ ਨੇ। ਤਾਂ ਇਹਨਾਂ ਨੂੰ ਗਾਇਆ ਜਾਂ ਪੜ੍ਹਿਆ ਕਿਸ ਵੱਲੋਂ ਜਾਂਦਾ? ਪੁਰੋਹਿਤ ਵੱਲੋਂ ਪੜ੍ਹਿਆ ਜਾਂਦਾ। ਤਾਂ ਇਸ ਦੇ ਜੋ ਪੁਰੋਹਿਤ ਨੇ ਉਹ ਖਾਸ ਨਾਮ ਨਾਲ ਜਾਣੇ ਜਾਂਦੇ ਨੇ ਜਿਹਨਾਂ ਨੂੰ ਉਦਗਾਤਾ ਕਹਿੰਦੇ ਨੇ, ਉਦਗਾਤਾ ਜਾਂ ਫਿਰ ਉਦਗਤਰੀਜ਼। ਸਾਮਵੇਦ ਦੇ ਵਿੱਚੋਂ ਹੀ ਲਿਆ ਗਿਆ ਹੈ ਦੁਨੀਆ ਦਾ ਸਭ ਤੋਂ ਪੁਰਾਣਾ ਰਾਗ, ਵਰਲਡਜ਼ ਓਲਡੈਸਟ ਰਾਗ, ਧਰੂਪਦ ਰਾਗ। ਦੁਨੀਆ ਦਾ ਸਭ ਤੋਂ ਪੁਰਾਣਾ ਰਾਗ ਧਰੂਪਦ ਰਾਗ ਇਸ ਦੇ ਵਿੱਚੋਂ ਹੀ ਲਿਆ ਗਿਆ ਹੈ। ਤੁਸੀਂ ਮੈਨੂੰ ਬੱਚਿਓ ਦੱਸੋਗੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਰਾਗ ਨੇ? ਬਾਣੀ ਕਿੰਨੇ ਰਾਗਾਂ 'ਚ ਹੈ? ਅਤੇ ਇਸ ਦਾ ਪਹਿਲਾ ਰਾਗ ਕਿਹੜਾ ਹੈ, ਫਸਟ ਰਾਗ, ਅਤੇ ਇਸ ਦਾ ਲਾਸਟ ਰਾਗ ਕਿਹੜਾ ਹੈ? ਇਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸੋਗੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁੱਲ ਕਿੰਨੇ ਰਾਗਾਂ 'ਚ ਬਾਣੀ ਦਰਜ ਹੈ ਅਤੇ ਇਸ ਦਾ ਪਹਿਲਾ ਰਾਗ ਕਿਹੜਾ ਹੈ ਅਤੇ ਆਖਰੀ ਰਾਗ ਕਿਹੜਾ ਹੈ? ਸਾਮਵੇਦ ਦੇ ਉਪਵੇਦ ਨੂੰ ਜਾਣਿਆ ਜਾਂਦਾ ਹੈ ਗੰਧਰਵ ਵੇਦ ਦੇ ਨਾਮ ਨਾਲ। ਇਟਸ ਉਪਵੇਦਾ ਇਜ਼ ਨਾਊਨ ਐਜ਼ ਗੰਧਰਵ ਵੇਦਾ ਵਿਚ ਡੀਲ ਵਿਦ ਆਰਟ ਐਂਡ ਮਿਊਜ਼ਿਕ। ਇਸ ਦਾ ਉਪਵੇਦ ਗੰਧਰਵ ਵੇਦ ਵਜੋਂ ਜਾਣਿਆ ਜਾਂਦਾ ਹੈ ਜੋ ਕਲਾ ਅਤੇ ਸੰਗੀਤ ਨਾਲ ਸੰਬੰਧਿਤ ਹੈ। ਇਟ ਆਲਸੋ ਰੈਫਰਡ ਐਜ਼ ਨਾਟਿਆ ਸ਼ਾਸਤਰ, ਜਿਸ ਨੂੰ ਕਿ ਭਰਤ ਮੁਨੀ ਵੱਲੋਂ ਲਿਖਿਆ ਗਿਆ ਸੀ। ਇਸ ਨੂੰ ਨਾਟਿਆ ਸ਼ਾਸਤਰ ਵੀ ਕਿਹਾ ਜਾਂਦਾ ਹੈ। ਤਾਂ ਨਾਟਿਆ ਸ਼ਾਸਤਰ ਦਾ ਰਾਈਟਰ ਪੁੱਛਿਆ ਜਾਵੇ ਤਾਂ ਉਹ ਕੌਣ ਹੈ? ਭਰਤ ਮੁਨੀ। ਸਾਮਵੇਦ ਦੇ ਬ੍ਰਾਹਮਣ ਜੋ ਨੇ, ਠੀਕ ਹੈ, ਸਾਮਵੇਦ ਦੇ ਮੇਨ ਕੁੱਲ ਟੋਟਲ 10 ਬ੍ਰਾਹਮਣ ਨੇ, 10 ਬ੍ਰਾਹਮਣ ਨੇ। 10 ਵਿੱਚੋਂ ਜੋ ਇੰਪੋਰਟੈਂਟ ਨੇ ਉਹ ਨੇ, ਪਹਿਲਾ ਹੈ ਪੰਚਵੀਸ਼, ਫਿਰ ਜੈਮਨੀਆ ਅਤੇ ਅਗਲਾ ਹੈ ਸੜਵੀਸ। ਪੰਚਵੀਸ਼, ਜੈਮਨੀਆ, ਸੜਵੀਸ ਇਹ ਸਾਰੇ ਸਾਮਵੇਦ ਦੇ ਬ੍ਰਾਹਮਣ ਨੇ। ਅਤੇ ਵੈਸੇ ਸਾਮਵੇਦ ਦੇ ਟੋਟਲ 10 ਬ੍ਰਾਹਮਣ ਨੇ। ਤਾਂ 10 ਦੇ 10 ਨਹੀਂ ਯਾਦ ਕਰਨੇ ਤੁਸੀਂ ਸਿਰਫ ਇਹ 2 ਜਾਂ 3 ਯਾਦ ਰੱਖਿਓ, ਪੰਚਵੀਸ਼, ਜੈਮਨੀ ਅਤੇ ਸੜਵੀਸ। ਇਹ ਸਾਰੇ ਸਾਮਵੇਦ ਦੇ ਕੀ ਨੇ ਜੀ? ਇਹ ਸਾਰੇ ਸਾਮਵੇਦ ਦੇ ਬ੍ਰਾਹਮਣ ਨੇ। ਤਾਂ ਆਈ ਹੋਪ ਸਾਰਾ ਸਮਝ ਆਇਆ ਹੋਊਗਾ। ਸਾਰੀ ਗੱਲਾਂ ਤੁਹਾਡੇ ਮੂਹਰੇ ਲਿਖੀਆਂ ਹੋਈਆਂ ਨੇ, ਕੋਈ ਤੁਹਾਨੂੰ ਹੋਰ ਕਨਫਿਊਜ਼ ਹੋਣ ਦੀ ਲੋੜ ਨਹੀਂ। ਜਿਹੜੀ ਚੀਜ਼ ਲਿਖੀ ਆ ਉਹਨੂੰ ਉਵੇਂ ਹੀ ਸਮਝਣਾ ਹੈ ਆਪਾਂ ਨੇ। ਸਾਮ ਸ਼ਬਦ ਦਾ ਮਤਲਬ ਹੁੰਦਾ ਹੈ ਮੈਲੋਡੀ, ਮਿਊਜ਼ਿਕ। ਤਾਂ ਕਰਕੇ ਇਹ ਕੀ ਹੈ? ਧੁਨਾ ਜਾਂ ਮਿਊਜ਼ਿਕ ਦਾ ਸੰਗ੍ਰਹਿ ਹੈ। ਇਸ ਵਿੱਚ ਲਗਭਗ 1603 ਛੰਦ ਨੇ। ਇਹ ਸਾਰੇ ਗਾਏ ਕਦੋਂ ਜਾਂਦੇ ਨੇ? ਜਦੋਂ ਬਲੀ ਦੇਣੀ ਹੁੰਦੀ ਸੀ, ਸੋਮ ਬਲੀ। ਇਹਨਾਂ ਨੂੰ ਗਾਉਣ ਵਾਲਿਆਂ ਨੂੰ ਉਦਗਾਤਾ ਜਾਂ ਉਦਗਾਤਰੀ ਕਹਿੰਦੇ ਨੇ। ਦੁਨੀਆ ਦਾ ਸਭ ਤੋਂ ਪੁਰਾਣਾ ਰਾਗ ਧਰੂਪਦ ਰਾਗ ਉਹ ਇਹਦੇ ਵਿੱਚੋਂ ਲਿਆ ਗਿਆ ਹੈ। ਇਸ ਦੇ ਉਪਵੇਦ ਨੂੰ ਗੰਧਰਵ ਵੇਦ ਕਹਿੰਦੇ ਨੇ ਜੋ ਕਿ ਮਿਊਜ਼ਿਕ, ਕਲਾ ਅਤੇ ਸੰਗੀਤ ਨਾਲ ਸੰਬੰਧਿਤ ਹੈ। ਇਸ ਨੂੰ ਨਾਟਿਆ ਸ਼ਾਸਤਰ ਵੀ ਕਹਿੰਦੇ ਨੇ ਜਿਹੜਾ ਕਿ ਭਰਤ ਮੁਨੀ ਦੁਆਰਾ ਲਿਖਿਆ ਗਿਆ ਸੀ। ਇਹਦੇ 10 ਟੋਟਲ ਬ੍ਰਾਹਮਣ ਨੇ ਜਿਨ੍ਹਾਂ ਵਿੱਚੋਂ ਪੰਚਵੀਸ਼, ਜੈਮਨੀਆ ਅਤੇ ਸੜਵੀਸ ਤੁਸੀਂ ਯਾਦ ਰੱਖਣੇ ਨੇ। ਅਤੇ ਤੁਹਾਡਾ ਕੁਐਸਚਨ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਰਾਗਾਂ ਵਿੱਚ ਬਾਣੀ ਦਰਜ ਹੈ ਅਤੇ ਪਹਿਲਾ ਰਾਗ ਕਿਹੜਾ ਹੈ ਅਤੇ ਆਖਰੀ ਰਾਗ ਕਿਹੜਾ ਹੈ? ਤਾਂ ਦੇਖਦੇ ਹਾਂ ਜੀ ਕੌਣ ਸਹੀ ਆਨਸਰ ਦਿੰਦਾ ਹੈ। ਅਗਲਾ ਹੈ ਯਜੁਰਵੇਦ। ਯਜੁਰਵੇਦ ਡੀਲ ਕਰਦਾ, ਡੀਲ ਵਿਦ ਦਾ ਪ੍ਰੋਸੀਜਰ ਫੋਰ ਦਾ ਪਰਫੋਰਮੈਂਸ ਆਫ ਸੈਕਰੀਫਾਈਸ। ਕੁਰਬਾਨੀਆਂ ਦੀ ਪ੍ਰਦਰਸ਼ਨ ਜਾਂ ਕੁਰਬਾਨੀਆਂ ਦੀ ਪੂਰੀ ਵਿਧੀ ਕਿਵੇਂ ਆ? ਤਾਂ ਕੁਰਬਾਨੀਆਂ ਦੇ ਪ੍ਰਦਰਸ਼ਨ ਲਈ ਵਿਧੀ ਨਾਲ ਨਜਿੱਠਣ ਦਾ ਕੰਮ ਕੌਣ ਕਰਦਾ ਹੈ? ਯਜੁਰਵੇਦ ਕਰਦਾ ਹੈ। ਠੀਕ ਹੈ ਜੀ। ਤਾਂ ਵਿਧੀ ਕਿਸ ਤਰੀਕੇ ਦੀ ਹੋਊਗੀ ਉਹ ਸਾਰੀ ਯਜੁਰਵੇਦ ਦੇਖਦਾ। ਰਿਚੁਅਲਸ ਕਿਵੇਂ ਹੋਣਗੇ ਉਹ ਸਾਰਾ ਰਿਗਵੇਦ ਦੇਖਦਾ। ਯਜੁਰਵੇਦ ਮੇਨਲੀ ਦੇਅਰ ਆਰ 2 ਮੇਨ ਟੈਕਸਟ ਆਫ ਯਜੁਰਵੇਦ। ਯਜੁਰਵੇਦ ਦੇ 2 ਮੁੱਖ ਗ੍ਰੰਥ ਨੇ, ਵਾਈਟ ਯਜੁਰਵੇਦ ਅਤੇ ਬਲੈਕ ਯਜੁਰਵੇਦ। ਵਾਈਟ ਨੂੰ ਕਹਿੰਦੇ ਨੇ ਸ਼ੁਕਲ ਯਜੁਰਵੇਦ, ਬਲੈਕ ਨੂੰ ਕਹਿੰਦੇ ਨੇ ਕ੍ਰਿਸ਼ਨਾ ਯਜੁਰਵੇਦ। ਤਾਂ ਸਫੇਦ ਯਜੁਰਵੇਦ, ਕਾਲਾ ਯਜੁਰਵੇਦ। ਸਫੇਦ ਨੂੰ ਸ਼ੁਕਲ ਯਜੁਰਵੇਦ ਅਤੇ ਕਾਲੇ ਨੂੰ ਕ੍ਰਿਸ਼ਨ ਯਜੁਰਵੇਦ ਕਿਹਾ ਜਾਂਦਾ ਹੈ। ਯਜੁਰਵੇਦ ਦੇ ਉਪਵੇਦ ਦਾ ਨਾਮ ਹੈ ਧਨੁਰਵੇਦ ਜੋ ਡੀਲ ਕਰਦਾ ਹੈ ਆਰਟ ਆਫ ਵਾਰਫੇਅਰ। ਯਜੁਰਵੇਦ ਦਾ ਉਪਵੇਦ ਧਨੁਰਵੇਦ ਹੈ ਜੋ ਯੁੱਧ ਕਲਾ ਨਾਲ ਸੰਬੰਧਿਤ ਹੈ। ਯਜੁਰਵੇਦ ਦੇ ਬ੍ਰਾਹਮਣ ਜੋ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਤੇਤਰੀਆ ਐਂਡ ਸਤਪਥ। ਤੇਤਰੀਆ ਐਂਡ ਸਤਪਥ ਇਹ 2 ਬ੍ਰਾਹਮਣ ਨੇ ਯਜੁਰਵੇਦ ਦੇ। ਯਜੁਰਵੇਦ ਦੇ ਵਿੱਚ ਇੱਕ ਸਤਪਥ ਬ੍ਰਾਹਮਣ ਜੋ ਸਭ ਤੋਂ ਇੰਪੋਰਟੈਂਟ ਨੇ, ਮੋਸਟ ਇੰਪੋਰਟੈਂਟ ਨੇ ਦੂਸਰੇ ਬ੍ਰਾਹਮਣਾਂ ਨਾਲੋਂ, ਕਿਉਂਕਿ ਇਹਦੇ ਵਿੱਚ ਦੱਸਿਆ ਗਿਆ ਹੈ, ਸਿਫਾਰਿਸ਼ ਕੀਤੀ ਗਈ ਹੈ 100 ਸੈਕਰੇਡ ਪਾਥਸ ਦੀ, 100 ਪਵਿੱਤਰ ਮਾਰਗਾਂ ਦੀ ਗੱਲ
100 ਪਵਿੱਤਰ ਮਾਰਗਾਂ ਦੀ ਗੱਲ ਕਿਸ ਬ੍ਰਾਹਮਣ 'ਚ ਕੀਤੀ ਗਈ ਹੈ? 100 ਪਵਿੱਤਰ ਮਾਰਗਾਂ ਦੀ ਗੱਲ ਸਤਪਥ ਬ੍ਰਾਹਮਣ ਦੇ ਵਿੱਚ ਕੀਤੀ ਗਈ ਹੈ। ਠੀਕ ਹੈ ਜੀ। ਸਤਪਥ ਬ੍ਰਾਹਮਣ ਕਿਸ ਵੇਦ ਦਾ ਬ੍ਰਾਹਮਣ ਹੈ? ਯਜੁਰਵੇਦ ਦਾ ਬ੍ਰਾਹਮਣ ਹੈ, ਯਜੁਰਵੇਦ ਦੇ ਵਿੱਚ। ਤੇ ਯਜੁਰਵੇਦ ਪੜ੍ਹਨ ਵਾਲੇ ਜੋ ਪੁਰੋਹਿਤ ਨੇ, ਯਜੁਰਵੇਦ ਪੜ੍ਹਨ ਵਾਲੇ ਜੋ ਪੁਰੋਹਿਤ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਯਜੁਰਵੇਦ ਪੜ੍ਹਨ ਵਾਲੇ ਪੁਰੋਹਿਤ ਨੂੰ ਕਿਹਾ ਜਾਂਦਾ ਹੈ ਅਧੇਰੀਆ। ਤਾਂ ਯਜੁਰਵੇਦ ਪੜ੍ਹਨ ਵਾਲੇ ਬ੍ਰਾਹਮਣਾਂ ਨੂੰ ਅਧਰੀਆ ਕਿਹਾ ਜਾਂਦਾ ਹੈ। ਜੋ ਯਜੁਰਵੇਦ ਪੜ੍ਹਦੇ ਨੇ ਉਹ ਕਹਾਉਂਦੇ ਨੇ ਅਧਰੀਆ। ਇਹ ਰਾਈਟ ਡਾਊਨ ਕਰ ਲਿਓ। ਠੀਕ ਹੈ ਜੀ। ਤਾਂ ਯਜੁਰਵੇਦ ਪੜ੍ਹਨ ਵਾਲੇ ਕਹਾਉਂਦੇ ਨੇ ਅਥਰੀਆ। ਸਭ ਤੋਂ ਪਹਿਲਾਂ ਜੋ ਅਰਲੀਐਸਟ ਰੈਫਰੈਂਸ ਆਫ ਆਇਰਨ, ਲੋਹੇ ਦਾ ਪਹਿਲੀ ਵਾਰ ਜੋ ਜ਼ਿਕਰ ਆਇਆ ਹੈ ਉਹ ਵੀ ਕਿਸ ਵੇਦ ਵਿੱਚ ਆਇਆ ਹੈ? ਉਹ ਵੀ ਯਜੁਰਵੇਦ ਵਿੱਚ ਆਇਆ ਹੈ। ਅਰਲੀਐਸਟ ਰੈਫਰੈਂਸ ਆਫ ਆਇਰਨ, ਲੋਹੇ ਦਾ ਸਭ ਤੋਂ ਪਹਿਲੀ ਵਾਰ ਜ਼ਿਕਰ ਯਜੁਰਵੇਦ ਦੇ ਵਿੱਚ ਹੀ ਕੀਤਾ ਗਿਆ ਹੈ। ਤਾਂ ਇਹ ਸਭ ਸੀਗਾ ਜੀ ਆਪਣੇ ਯਜੁਰਵੇਦ ਦੇ ਬਾਰੇ। ਯਜੁਰਵੇਦ ਦੇ ਵਿੱਚ ਕੁਰਬਾਨੀਆਂ ਦੇ ਪ੍ਰਦਰਸ਼ਨ ਦੀ ਵਿਧੀ ਬਾਰੇ ਗੱਲ ਕਰੀ ਜਾਂਦੀ ਹੈ। 2 ਤਰੀਕੇ ਦੇ ਨੇ, ਵਾਈਟ ਯਜੁਰਵੇਦ, ਬਲੈਕ ਯਜੁਰਵੇਦ, ਜਿਹਨੂੰ ਸ਼ੁਕਲ ਯਜੁਰਵੇਦ ਜਾਂ ਕ੍ਰਿਸ਼ਨ ਯਜੁਰਵੇਦ ਕਹਿੰਦੇ ਆ। ਇਸ ਦੇ ਉਪਵੇਦ ਨੂੰ ਧਨੁਰਵੇਦ ਕਹਿੰਦੇ ਨੇ, ਜਿਹੜੇ ਕਿ ਯੁੱਧ ਕਲਾ ਨਾਲ ਸੰਬੰਧਿਤ ਹੈ। 2 ਬ੍ਰਾਹਮਣ ਨੇ, ਤੈਤਰੀਆ ਅਤੇ ਸਤਪਥ। ਸਤਪਥ ਬ੍ਰਾਹਮਣ ਸਾਰੇ ਬ੍ਰਾਹਮਣਾਂ ਨਾਲੋਂ ਇੰਪੋਰਟੈਂਟ ਹੈ, ਮਹੱਤਵਪੂਰਨ ਹੈ, ਕਿਉਂਕਿ ਇਹਦੇ ਵਿੱਚ 100 ਪਵਿੱਤਰ ਮਾਰਗਾਂ ਦੀ ਗੱਲ ਕੀਤੀ ਗਈ ਹੈ। ਜੋ ਯਜੁਰਵੇਦ ਨੂੰ ਪੜ੍ਹਦੇ ਨੇ ਉਹਨੂੰ ਅਧਰੀਆ ਕਹਿੰਦੇ ਨੇ। ਅਤੇ ਇਹਦੇ ਵਿੱਚ ਹੀ, ਇਸ ਵੇਦ ਦੇ ਵਿੱਚ ਹੀ ਸਭ ਤੋਂ ਪਹਿਲਾਂ ਲੋਹੇ ਦੀ ਗੱਲ ਕਰੀ ਗਈ ਹੈ। ਅਰਲੀਐਸਟ ਰੈਫਰੈਂਸ ਆਫ ਆਇਰਨ ਕਿਹਦੇ ਵਿੱਚ ਮਿਲਦਾ ਹੈ? ਯਜੁਰਵੇਦ ਦੇ ਵਿੱਚ ਮਿਲਦਾ ਹੈ। ਆਖਰੀ ਅਤੇ ਸਭ ਤੋਂ ਲੇਟੈਸਟ ਹੈ ਅਥਰਵਵੇਦ। ਅਥਰਵਵੇਦ, ਇਟ ਇਜ਼ ਦਾ ਲੇਟੈਸਟ ਵੇਦ ਆਫ 4 ਵੇਦਾਸ। ਇਹ 4 ਵੇਦਾਂ ਵਿੱਚੋਂ ਸਭ ਤੋਂ ਨਵੀਨਤਮ ਵੇਦ ਹੈ। ਇਟ ਇਜ਼ ਇੰਟਾਇਰਲੀ ਡਿਫਰੈਂਟ ਫਰੋਮ ਅਦਰ 3 ਵੇਦਾਸ ਇਨ ਕੰਟੈਂਟ ਐਂਡ ਸਟਾਈਲ। ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਇਹ ਸਮੱਗਰੀ ਅਤੇ ਸ਼ੈਲੀ ਦੇ ਤੌਰ 'ਤੇ ਬਾਕੀ 3 ਵੇਦਾਂ ਨਾਲੋਂ ਪੂਰੀ ਤਰੀਕੇ ਨਾਲ ਡਿਫਰੈਂਟ ਹੈ, ਵੱਖਰਾ ਹੈ। ਇਟ ਇਜ਼ ਡਿਵਾਈਡਡ ਇਨਟੂ 20 ਕਾਂਡਸ। ਇਹ 20 ਕਾਂਡਾਂ ਵਿੱਚ ਵੰਡਿਆ ਹੋਇਆ ਗਿਆ ਹੈ। ਇਟ ਕੰਸਿਸਟ 711 ਹਾਈਮਨਸ ਐਂਡ 5987 ਮੰਤਰਸ। ਇਸ ਵਿੱਚ 711 ਭਜਨ ਅਤੇ 5987 ਮੰਤਰ ਹਨ। ਇਟ ਡਿਸਕ੍ਰਾਈਬਸ ਦਾ ਪਪੂਲਰ ਬਿਲੀਵਸ ਐਂਡ ਸੁਪਰਸਟੀਸ਼ਨਸ ਆਫ ਫੋਕ। ਇਹ ਲੋਕਾਂ ਦੇ ਪ੍ਰਚਲਿਤ ਵਿਸ਼ਵਾਸਾਂ ਅਤੇ ਅੰਧ ਵਿਸ਼ਵਾਸਾਂ ਦਾ ਵਰਣਨ ਕਰਦਾ ਹੈ। ਤਾਂ ਇਹ ਅਥਰਵਵੇਦ ਹੈ ਜੋ ਮੈਡੀਕਲ ਸਾਇੰਸ ਦੇ ਨਾਲ ਵੀ ਸੰਬੰਧ ਰੱਖਦਾ ਹੈ। ਮੈਡੀਕਲ ਸਾਇੰਸ ਈਵਲ ਡਿਜ਼ੀਜ਼ਿਜ਼, ਬੁਰੀਆਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦੇ ਬਾਰੇ, ਮੈਜਿਕ ਦੇ ਬਾਰੇ, ਇਹ ਸਾਰੀਆਂ ਚੀਜ਼ਾਂ ਦੇ ਬਾਰੇ ਕਿਸ ਵੇਦ ਦੇ ਵਿੱਚ ਲਿਖਿਆ ਗਿਆ ਹੈ? ਅਥਰਵਵੇਦ ਦੇ ਵਿੱਚ ਲਿਖਿਆ ਗਿਆ ਹੈ। ਮੈਡੀਕਲ ਸਾਇੰਸ, ਈਵਲ ਡਿਜ਼ੀਜ਼ਿਜ਼ ਜੋ ਮਹਾਂਮਾਰੀਆਂ ਵਗੈਰਾ ਸੀ, ਅਤੇ ਜਾਦੂ ਟੋਣੇ, ਇਹ ਸਾਰੇ ਹੀ ਅਥਰਵਵੇਦ ਦੱਸਦਾ ਹੈ। ਤਾਂ ਹੀ ਤਾਂ ਇਹਦੇ ਵਿੱਚ ਗੱਲ ਹੁੰਦੀ ਹੈ ਕਿ ਲੋਕਾਂ ਦੇ ਜੋ ਪ੍ਰਚਲਿਤ ਵਿਸ਼ਵਾਸ ਸੀ ਜਾਂ ਅੰਧ ਵਿਸ਼ਵਾਸ ਸੀ, ਉਹ ਸਾਰਾ ਜ਼ਿਕਰ ਇਹਦੇ 'ਚ ਆਉਂਦਾ ਹੈ। ਇਟਸ ਹਾਈਮਨਸ ਆਰ ਯੂਜ਼ਡ ਟੂ ਵਾਰਡ ਆਫ ਈਵਲ ਸਪਿਰਿਟਸ। ਇਸ ਦੇ ਭਜਨ ਦੁਸ਼ਟ ਆਤਮਾਵਾਂ ਨੂੰ ਦੂਰ ਕਰਨ ਲਈ ਵਰਤੇ ਜਾਂਦੇ ਹਨ। ਇਟ ਹੈਜ਼ 2 ਡਿਵੀਜ਼ਨਸ, ਪੈਪਲਦਾ ਐਂਡ ਸ਼ੌਂਕੀਆ। ਪੈਂਪਲਡਾ ਐਂਡ ਸ਼ੌਂਕੀਆ ਇਸ ਦੇ 2 ਡਿਵੀਜ਼ਨਸ ਨੇ, 2 ਭਾਗ ਨੇ। ਇਸ ਦੇ ਬ੍ਰਾਹਮਣ ਨੂੰ ਕਿਹਾ ਜਾਂਦਾ ਹੈ ਗੋਪਥ। ਠੀਕ ਹੈ ਜੀ। ਇਸ ਦਾ ਬ੍ਰਾਹਮਣ ਹੈ ਗੋਪਥ ਅਥਰਵਵੇਦ ਦਾ ਬ੍ਰਾਹਮਣ ਹੈ। ਅਤੇ ਇਸ ਦਾ ਜੋ ਪੁਰੋਹਿਤ ਹੈ, ਅਥਰਵਵੇਦ ਦਾ ਜੋ ਪੁਰੋਹਿਤ ਹੈ, ਅਥਰਵਵੇਦ ਦੇ ਪੁਰੋਹਿਤ ਨੂੰ ਕਿਹਾ ਜਾਂਦਾ ਹੈ ਬ੍ਰਹਮਾ। ਜੋ ਅਥਰਵਵੇਦ ਪੜ੍ਹਦੇ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਜੀ ਬ੍ਰਹਮਾ। ਤਾਂ ਅਥਰਵਵੇਦ ਦੇ ਪੁਰੋਹਿਤ ਨੂੰ ਕਿਹਾ ਜਾਂਦਾ ਹੈ ਬ੍ਰਹਮਾ। ਉਪਵੇਦ ਆਫ ਅਥਰਵਵੇਦ, ਅਥਰਵਵੇਦ ਦੇ ਉਪਵੇਦ ਦਾ ਨਾਮ ਹੈ ਸ਼ਿਲਪਵੇਦ, ਵਿਚ ਡੀਲ ਵਿਦ ਆਰਕੀਟੈਕਚਰ। ਅਥਰਵਵੇਦ ਦਾ ਉਪਵੇਦ ਸ਼ਿਲਪਵੇਦ ਹੈ, ਜੋ ਕਿ ਆਰਕੀਟੈਕਚਰ ਜਾਂ ਸ਼ਿਪ ਬਿਲਡਿੰਗ, ਸਮੁੰਦਰੀ ਜਹਾਜ਼ ਬਣਾਉਣ ਬਾਰੇ, ਇਹਨਾਂ ਸਾਰਿਆਂ ਦੇ ਬਾਰੇ ਜ਼ਿਕਰ ਕਿਹਦੇ ਵਿੱਚ ਕੀਤਾ ਗਿਆ ਹੈ? ਸ਼ਿਲਪਵੇਦ ਦੇ ਵਿੱਚ ਕੀਤਾ ਗਿਆ ਹੈ। ਤਾਂ ਆਰਕੀਟੈਕਚਰ ਅਤੇ ਸ਼ਿਪ ਬਿਲਡਿੰਗ, ਇਹਨਾਂ ਸਾਰਿਆਂ ਦੇ ਬਾਰੇ ਗੱਲ ਕਰੀ ਗਈ ਹੈ ਅਥਰਵਵੇਦ ਦੇ ਉਪਵੇਦ ਸ਼ਿਲਪਵੇਦ ਦੇ ਵਿੱਚ। ਤਾਂ ਇਹ ਸੀਗਾ ਜੀ ਅਥਰਵਵੇਦ, ਚੌਥਾ ਵੇਦ, ਜੋ ਕਿ ਸਭ ਤੋਂ ਨਵੀਨਤਮ ਲੇਟੈਸਟ ਵੇਦ ਹੈ। ਇਸ ਵਿੱਚ ਇਹ ਸਮੱਗਰੀ ਅਤੇ ਸ਼ੈਲੀ, ਕੰਟੈਂਟ ਅਤੇ ਸਟਾਈਲ ਦੇ ਅਕੋਰਡਿੰਗ ਇਹ ਪਹਿਲੇ 3 ਵੇਦਾਂ ਨਾਲੋਂ ਡਿਫਰੈਂਟ ਹੈ। ਇਹ 20 ਕਾਂਡਸ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ, ਜਿਸ ਵਿੱਚ 714 ਹਾਈਮਨਸ ਨੇ, 5987 ਮੰਤਰ ਨੇ। ਇਹ ਲੋਕਾਂ ਦੇ ਜੋ ਪ੍ਰਚਲਿਤ ਬਿਲੀਵ ਸੀਗੇ ਅਤੇ ਸੁਪਰਸਟੀਸ਼ਨ ਸੀਗੀਆਂ ਉਹਨਾਂ ਦੀ ਗੱਲ ਕਰਦਾ ਹੈ।
ਇਹਦੇ ਵਿੱਚ ਮੈਡੀਕਲ ਸਾਇੰਸ, ਈਵਲ ਡਿਜ਼ੀਜ਼ ਅਤੇ ਮੈਜਿਕ ਇਹਨਾਂ ਦੀ ਗੱਲ ਕਰੀ ਗਈ ਹੈ। ਇਹਦੇ ਵਿੱਚ ਜੋ ਭਜਨ ਜਾਂ ਇਹਦੇ ਜੋ ਮੰਤਰ ਵਗੈਰਾ ਨੇ ਇਹ ਬੁਰੀਆਂ ਆਤਮਾਵਾਂ ਨੂੰ ਦੂਰ ਕਰਨ ਲਈ ਵਰਤੇ ਜਾਂਦੇ ਸੀ। ਇਹ 2 ਭਾਗਾਂ 'ਚ ਵੰਡਿਆ ਗਿਆ ਹੈ, ਪਪਲਦਾ ਅਤੇ ਸ਼ੌਂਕੀਆ। ਇਹਦਾ ਇੱਕ ਹੀ ਬ੍ਰਾਹਮਣ ਹੈ, ਗੋਪਥਾ। ਇਸ ਨੂੰ ਪੜ੍ਹਨ ਵਾਲੇ ਲੋਕਾਂ ਨੂੰ ਬ੍ਰਹਮਾ ਕਿਹਾ ਜਾਂਦਾ ਹੈ। ਇਸ ਦੇ ਉਪਵੇਦ ਨੂੰ ਸ਼ਿਲਪਵੇਦ ਕਹਿੰਦੇ ਨੇ, ਜੋ ਕਿ ਆਰਕੀਟੈਕਚਰ ਅਤੇ ਸ਼ਿਪ ਬਿਲਡਿੰਗ ਦੇ ਨਾਲ ਸੰਬੰਧਿਤ ਹੈ। ਤਾਂ ਇਹ ਸੀ ਆਪਣੇ 4 ਦੇ 4 ਵੇਦ। ਤਾਂ ਅੱਗੇ ਦੇਖਦੇ ਹਾਂ। ਅਗਲਾ ਹੈ ਉਪਨਿਸ਼ਦ। ਉਪਨਿਸ਼ਦ ਦਾ ਸਭ ਤੋਂ ਪਹਿਲਾ ਕੁਐਸਚਨ ਪੁੱਛਿਆ ਜਾਂਦਾ ਕਿ ਇਹਦਾ ਮੀਨਿੰਗ ਕੀ ਹੈ। ਤਾਂ ਉਪਨਿਸ਼ਦ ਦਾ ਮੀਨਿੰਗ ਹੈ ਦਾ ਵਰਡ ਮੀਨਸ ਟੂ ਸਿਟ ਡਾਊਨ ਨੀਅਰ ਸਮਵਨ। ਸ਼ਬਦ ਦਾ ਅਰਥ ਹੈ ਕਿਸੇ ਦੇ ਨੇੜੇ ਬੈਠਣਾ। ਤਾਂ ਉਪਨਿਸ਼ਦ ਕੀ ਹੁੰਦਾ ਸੀ ਕਿ ਪਹਿਲੇ ਟਾਈਮ ਦੇ ਵਿੱਚ ਜਿਹੜੇ ਪੜ੍ਹਦੇ ਸੀਗੇ ਵਿਦਿਆਰਥੀ, ਉਹ ਕਿਹਦੇ ਕੋਲ ਪੜ੍ਹਦੇ ਸੀ? ਜਾ ਕੇ ਗੁਰੂਕੁਲ 'ਚ ਪੜ੍ਹਦੇ ਸੀ। ਤਾਂ ਗੁਰੂਕੁਲ ਦੇ ਵਿੱਚ ਪੜ੍ਹਾਈ ਕਿਵੇਂ ਹੁੰਦੀ ਸੀ? ਜੋ ਇਹਨਾਂ ਦੇ ਰਿਸ਼ੀ ਹੁੰਦੇ ਸੀ ਉਹ ਦਰਖਤ ਦੇ ਨੀਚੇ ਥੜੇ ਦੇ ਉੱਤੇ ਬਹਿੰਦੇ ਸੀਗੇ ਅਤੇ ਆਪਦੇ ਸਟੂਡੈਂਟਸ ਨੂੰ ਆਪਦੇ ਕੋਲੇ ਬਿਠਾਉਂਦੇ ਸੀਗੇ। ਤਾਂ ਸਟੂਡੈਂਟਸ ਨੂੰ ਕਿਹਾ ਜਾਂਦਾ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਨੇੜੇ ਹੋ ਕੇ ਬੈਠੋ, ਤਾਂ ਕਿ ਕੀ ਕਰਿਆ ਜਾਵੇ, ਤਾਂ ਕਿ ਉਹਨਾਂ ਨੂੰ ਰਿਸ਼ੀ ਦੀਆਂ ਦੱਸੀਆਂ ਹੋਈਆਂ ਗੱਲਾਂ ਜਾਂ ਉਹਨਾਂ ਦੇ ਟੀਚਰ ਦੀਆਂ ਦੱਸੀਆਂ ਹੋਈਆਂ ਗੱਲਾਂ ਸਾਫ਼-ਸਾਫ਼ ਸੁਣਾਈ ਦੇਣ। ਤਾਂ ਉਪਵੇਦ ਕੀ ਨੇ? ਮੇਨਲੀ ਫਿਲੋਸਫੀ ਹੈ, ਠੀਕ ਹੈ ਜੀ। ਇੰਡੀਅਨ ਫਿਲੋਸਫੀ ਦਾ ਮੇਨ ਸੋਰਸ ਹੈ ਇਹ, ਜਿਸ ਦੇ ਨਾਲ ਆਪਣੇ ਵਿਦਿਆਰਥੀਆਂ ਨੂੰ ਟੀਚਰ ਜਾਂ ਗੁਰੂ ਵੱਲੋਂ ਚੰਗੀਆਂ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਸੀ। ਤਾਂ ਉਪਨਿਸ਼ਦ ਦਾ ਮਤਲਬ ਨੇੜੇ ਬੈਠਣ ਦਾ ਮਤਲਬ ਇਹੀ ਹੈ ਕਿ ਵਿਦਿਆਰਥੀ ਟੀਚਰ ਦੇ ਜ਼ਿਆਦਾ ਤੋਂ ਜ਼ਿਆਦਾ ਨੇੜੇ ਬੈਠ ਕੇ ਉਹਨਾਂ ਸਿੱਖਿਆਵਾਂ ਨੂੰ ਗ੍ਰਹਿਣ ਕਰਨ। ਤਾਂ ਵਰਡ ਮੀਨਸ ਟੂ ਸਿਟ ਡਾਊਨ ਨੀਅਰ ਸਮਵਨ। ਸ਼ਬਦ ਦਾ ਅਰਥ ਹੈ ਕਿਸੇ ਦੇ ਨੇੜੇ ਬੈਠਣਾ। ਇਟ ਇਜ਼ ਆਲਸੋ ਨਾਊਨ ਐਜ਼ ਵਿਦੰਤਾ। ਵਿਦੰਤਾ ਦਾ ਮਤਲਬ ਜਦੋਂ ਵੇਦਾਂ ਦਾ ਅੰਤ ਹੁੰਦਾ ਹੈ ਉਦੋਂ ਇਹਨਾਂ ਦਾ ਜ਼ਿਕਰ ਆਉਂਦਾ ਹੈ। ਡੈਟ ਇਜ਼ ਦਾ ਐਂਡ ਆਫ ਦਾ ਵੇਦਾਸ। ਇਸ ਨੂੰ ਵੇਦਾਂਤਾ ਭਾਵ ਵੇਦਾਂ ਦਾ ਅੰਤ ਵੀ ਕਿਹਾ ਜਾਂਦਾ ਹੈ। ਉਪਨਿਸ਼ਦ ਪੋਇਟਰੀ ਦੀ ਫੋਰਮ ਵਿੱਚ ਲਿਖੇ ਗਏ ਨੇ। ਇਟ ਰਿਟਨ ਇਨ ਦਾ ਫੋਰਮ ਆਫ ਪੋਇਟਰੀ। ਇਹ ਕਵਿਤਾ ਦੇ ਰੂਪ ਵਿੱਚ ਲਿਖੇ ਗਏ ਨੇ। ਦੇ ਆਰ ਕੰਸੀਡਰਡ ਦਾ ਮੇਨ ਸੋਰਸ ਆਫ ਇੰਡੀਅਨ ਫਿਲੋਸਫੀ। ਇਹਨਾਂ ਨੂੰ ਭਾਰਤੀ ਦਰਸ਼ਨ ਦਾ ਮੁੱਖ ਸਰੋਤ ਮੰਨਿਆ ਗਿਆ ਹੈ। ਟੋਟਲ ਉਪਨਿਸ਼ਦ 108 ਨੇ। ਟੋਟਲ 108 ਉਪਨਿਸ਼ਦ ਨੇ। ਇਹਦੇ ਵਿੱਚ ਇੱਕ ਸਟੇਟਮੈਂਟ ਆਉਂਦੀ ਹੈ, ਦਾ ਵਰਲਡ ਇਜ਼ ਗੋਡ ਐਂਡ ਗੋਡ ਇਜ਼ ਮਾਈ ਸੋਲ। ਸੰਸਾਰ ਈਸ਼ਵਰ ਹੈ ਅਤੇ ਈਸ਼ਵਰ ਮੇਰੀ ਆਤਮਾ ਹੈ। ਇਹ ਉਪਨਿਸ਼ਦ ਦੇ ਵਿੱਚ ਹੀ ਛਪਿਆ ਹੋਇਆ ਜਾਂ ਉਪਨਿਸ਼ਦ ਦੇ ਵਿੱਚ ਮੌਜੂਦ ਫਲਸਫਾ ਹੈ, ਫਿਲੋਸਫੀ ਹੈ। ਭਾਰਤ ਦਾ ਜੋ ਨੈਸ਼ਨਲ ਮੋਟੋ ਹੈ, ਓਫੀਸ਼ੀਅਲ ਮੋਟੋ ਸਤਿਆਮੇਵ ਜੈਤੇ, ਸੱਤ ਦੀ ਹਮੇਸ਼ਾ ਜਿੱਤ ਹੁੰਦੀ ਹੈ, ਇਹ ਵੀ ਉਪਨਿਸ਼ਦ ਦੇ ਵਿੱਚੋਂ ਲਿਆ ਗਿਆ ਹੈ। ਅਤੇ ਉਪਨਿਸ਼ਦ ਦੇ ਵਿੱਚ ਕਿਹੜਾ ਉਪਨਿਸ਼ਦ? ਮੁੰਡਕਾ ਉਪਨਿਸ਼ਦ। ਮੁੰਡਕਾ ਉਪਨਿਸ਼ਦ ਦੇ ਵਿੱਚੋਂ ਇਸ ਨੂੰ ਲਿਆ ਗਿਆ ਹੈ। ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ, ਪੇਪਰ ਦੇ ਵਿੱਚ ਬਹੁਤ ਵਾਰ ਆਉਂਦਾ ਹੈ। ਸਤਿਆਮੇਵ ਜੈਤੇ ਭਾਰਤ ਦਾ ਓਫੀਸ਼ੀਅਲ ਮੋਟੋ, ਇਹ ਕਿਸ ਦੇ ਵਿੱਚੋਂ ਲਿਆ ਗਿਆ ਹੈ? ਤਾਂ ਇਹ ਉਪਨਿਸ਼ਦ ਦੇ ਵਿੱਚੋਂ ਲਿਆ ਗਿਆ ਹੈ। ਅਤੇ ਕਿਹੜੇ ਉਪਨਿਸ਼ਦ ਦੇ ਵਿੱਚੋਂ? ਮੁੰਡਕਾ ਉਪਨਿਸ਼ਦ ਦੇ ਵਿੱਚੋਂ ਲਿਆ ਗਿਆ ਹੈ। ਟੋਟਲ ਗਿਣਤੀ ਪੁੱਛੀ ਜਾਂਦੀ ਹੈ, ਕਿੰਨੇ ਨੇ? 108 ਹੁੰਦੇ ਨੇ। ਪੁੱਛਿਆ ਜਾਂਦਾ ਕਿ ਉਪਨਿਸ਼ਦ ਅਸਲ ਦੇ ਵਿੱਚ ਕੀ ਨੇ, ਤਾਂ ਤੁਹਾਡਾ ਆਨਸਰ ਹੋਊਗਾ ਕਿ ਇਹ ਫਿਲੋਸਫੀ ਹੈ। ਉਪਨਿਸ਼ਦ ਕੀ ਨੇ? ਫਿਲੋਸਫੀ। ਅਤੇ ਉਪਨਿਸ਼ਦ ਦਾ ਮਤਲਬ ਪੁੱਛਦੇ ਨੇ ਬੱਚੇ। ਉਪਨਿਸ਼ਦ ਦਾ ਮਤਲਬ ਯਾਦ ਰੱਖਣਾ, ਟੂ ਸਿਟ ਡਾਊਨ ਨੀਅਰ ਸਮਵਨ, ਕਿਸੇ ਦੇ ਨੇੜੇ ਬੈਠਣਾ, ਇਹ ਉਪਨਿਸ਼ਦ ਦਾ ਮਤਲਬ ਹੈ। ਤਾਂ ਇਹ ਸਾਰਾ ਕੁਛ ਸੀਗਾ ਜੀ ਉਪਨਿਸ਼ਦ ਦੇ ਬਾਰੇ। ਆਈ ਹੋਪ ਤੁਹਾਨੂੰ ਸਮਝ ਆਇਆ ਹੋਵੇਗਾ। ਅੱਗੇ ਆਉਂਦੇ ਨੇ ਅਦਰ ਵੈਦਿਕ ਲਿਟਰੇਚਰ। ਹੋਰ ਵੈਦਿਕ ਸਾਹਿਤ ਕਿਹੜੇ ਕਿਹੜੇ ਨੇ? ਪਹਿਲੇ ਹੈਗੇ ਨੇ ਸਮ੍ਰਿਤੀ, ਜਿਹੜੀਆਂ ਕਿ ਯਾਦ ਕਰਨੀਆਂ ਪੈਂਦੀਆਂ ਨੇ। ਅਤੇ ਇਹਦੇ ਵਿੱਚ ਕੀ ਆਉਂਦਾ ਹੈ? ਐਕਸਪਲੇਨ ਰੂਲਸ ਐਂਡ ਰੈਗੂਲੇਸ਼ਨ ਇਨ ਦਾ ਵੈਦਿਕ ਲਾਈਫ। ਵੈਦਿਕ ਜੀਵਨ ਵਿੱਚ ਨਿਯਮ ਕੀ ਸੀ, ਨਿਯਮਾਂ ਦੀ ਵਿਆਖਿਆ ਇਹ ਕੌਣ ਕਰਦਾ ਹੈ? ਸਮ੍ਰਿਤੀ ਕਰਦੀ ਹੈ। ਮਤਲਬ ਕੀ ਨੇ? ਧਰਮ ਗ੍ਰੰਥ ਨੇ ਇੱਕ ਤਰੀਕੇ ਦੇ। ਇਹਨਾਂ 'ਚ ਮੇਨ ਸਮ੍ਰਿਤੀ ਕਿਹੜੀ ਹੈ? ਮਨੂ ਸਮ੍ਰਿਤੀ। ਮੋਸਟ ਇੰਪੋਰਟੈਂਟ ਯਾਦ ਰੱਖਣੀ ਬੱਚੇ। ਮਨੂ ਸਮ੍ਰਿਤੀ ਕਿਉਂ ਇੰਪੋਰਟੈਂਟ ਹੈ? ਇਟ ਇਜ਼ ਦੀ ਫਸਟ ਲਾਅ ਬੁੱਕ ਰਿਟਨ ਬਾਏ ਮਨੂ। ਇਹ ਪਹਿਲੀ ਕਾਨੂੰਨ ਦੀ ਪੁਸਤਕ ਹੈ, ਕਿਤਾਬ ਹੈ, ਜਿਸ ਨੂੰ ਰਾਜਾ ਮਨੂ ਦੁਆਰਾ ਲਿਖਿਆ ਗਿਆ ਸੀ। ਇਸ ਤੋਂ ਇਲਾਵਾ ਨਾਰਦ ਸਮ੍ਰਿਤੀ, ਯਗਿਆ ਵਾਲਕਿਆ ਸਮ੍ਰਿਤੀ ਐਂਡ ਪਰਾਸਰ ਸਮ੍ਰਿਤੀ, ਇਹ ਨੇਗੀਆਂ ਸਮ੍ਰਿਤੀਜ਼। ਪਰ ਇਹਨਾਂ ਵਿੱਚੋਂ ਸਭ ਤੋਂ ਇੰਪੋਰਟੈਂਟ ਮਨੂ ਸਮ੍ਰਿਤੀ ਹੈ। ਇਸ ਨੂੰ ਯਾਦ ਰੱਖਣਾ, ਪੇਪਰ ਵਿੱਚ ਪੁੱਛਿਆ ਜਾਂਦਾ ਹੈ। ਦੁਨੀਆ ਦੀ ਪਹਿਲੀ ਲਾਅ ਬੁੱਕ ਕਿਹੜੀ ਹੈ? ਸਮ੍ਰਿਤੀ। ਕਿਸ ਦੁਆਰਾ ਲਿਖੀ ਗਈ? ਮਨੂ ਵੱਲੋਂ। ਤਾਂ ਮਨੂ ਸਮ੍ਰਿਤੀ ਦੁਨੀਆ ਦੀ ਪਹਿਲੀ ਕਾਨੂੰਨ ਦੀ ਕਿਤਾਬ ਹੈ ਜੋ ਮਨੂ ਦੁਆਰਾ ਲਿਖੀ ਗਈ। ਇਸ ਕਰਕੇ ਹੀ ਡਾਕਟਰ BR ਅੰਬੇਦਕਰ ਜੀ ਨੂੰ ਮਾਡਰਨ ਮਨੂ ਕਿਹਾ ਜਾਂਦਾ ਹੈ, ਕਿਉਂਕਿ ਉਹਨਾਂ ਨੇ ਵੀ ਭਾਰਤ ਦਾ ਮਾਡਰਨ ਕਾਨੂੰਨ ਲਿਖਿਆ ਹੈ, ਜੋ ਆਪਣਾ ਸੰਵਿਧਾਨ ਹੈ ਉਹ ਉਹਨਾਂ ਵੱਲੋਂ ਲਿਖਿਆ ਗਿਆ ਹੈ। ਤਾਂ ਸਮ੍ਰਿਤੀਜ਼ ਆ ਗਈਆਂ ਸਮਝ। ਇਹਨਾਂ ਵਿੱਚ ਨਿਯਮ ਨੇ, ਨਿਯਮਾਂ ਦੀ ਵਿਆਖਿਆ ਹੈ, ਜੋ ਵੈਦਿਕ ਜੀਵਨ ਦੇ ਵੇਲੇ ਸੀ, ਜਦੋਂ ਵੈਦਿਕ ਪੀਰੀਅਡ ਸੀ ਕਿ ਉਸ ਟਾਈਮ ਲੋਕਾਂ ਨੇ ਕਿਵੇਂ ਜੀਵਨ ਬਸਰ ਕਰਨਾ ਹੈ। ਕਾਨੂੰਨ ਕਿਵੇਂ ਚੱਲੂਗਾ ਉਹਦਾ ਜ਼ਿਕਰ ਮਨੂ ਸਮ੍ਰਿਤੀ ਦੇ ਵਿੱਚ ਹੈ।
ठीक है। उस तो इलावा नारद स्मृति, यज्ञवल्क स्मृति, थोड़ा जिहा प्रोनाउंसिएशन थोड़ी जी टफ है इसकी। अगली पराशर स्मृति। अगे आउंदे ने एपिक्स महाकाव्य, दो महाकाव्य ने रामायण एंड महाभारत। रामायण ते महाभारत दो महाकाव्य ने जी। रामायण लिखी गई सी, रामायण नूं लिखिया सीगा अपनी वाल्मीकि जी ने। रामायण नूं वाल्मीकि जी द्वारा लिखिया गया सी। रामायण विच कुल हुण 24,000 छंद ने, पर जदों यह लिखी गई सी वाल्मीकि जी वालों, जदों यह लिखी गई सी उदों इस विच सिर्फ 6,000 वर्सिस ही सी, 6,000 छंद ही सी। उस तो बाद इस विच होर मॉडिफिकेशन करी गई, 12,000 वर्सिस हो गए। 12,000 वर्सिस तो बाद अज प्रैजेंट टाइम दे विच इस विच 24,000 वर्सिस ने। तो ओरिजिनल रामायण वाल्मीकि जी ने लिखी सी, ते जो वाल्मीकि जी ने रामायण लिखी सी उस दे विच लगभग 6,000 वर्सिस ही सी, 6,000 छंद ही सी। बाद विच नਵੇਂ नਵੇਂ परसन आए, उन्होंने रामायण विच होर शोध करते रहे, होर कुछ ऐड करते रहे, उहदे नाल 12,000 वर्सिस हो गए। पर अज के टाइम जिहड़ी रामायण पढ़ते हो वह 24,000 वर्सिस ने उहदे विच। ते रामायण लगभग 7 कांड, 7 कांडां दे विच डिवाइड है। तो इट इज़ रिटन इन 7 कांड्स, 7 कांडां दे विच यह लिखी गई है, ठीक है। 7 कांडां दे विच इहनूं लिखिया गया है। राइटिंग के अकॉर्डिंग, अगर राइटिंग के अकॉर्डिंग देखिए तो रामायण ते महाभारत विचों जो सब तो पुरानी है वह है महाभारत। लिखी महाभारत सब तो पहलां गई सी। यह अपने जो लिटरेचर दे सोर्स ने वो दसदे ने कि महाभारत रामायण नालों राइटिंग दे विच पुरानी है, ये लिखी पुरानी गई है। लिखिया किसने सी? वेद व्यास जी ने। तो इस असल तौर पर जदों यह लिखी गई उस टाइम इसका नाम सी जय संहिता, जय संहिता या संहिता इसका ओरिजिनल नाम है। महाभारत क्यों कहा गया? क्योंकि जय संहिता दे विच जिक्र किया गया है 16 महाजनपद के आपस में लड़न का। 16 महाजनपदां आपस में लड़ियाँ सी। भारत 16 स्टेटां में वंडिया होया सी, ते यह पूरे दियां पूरियां 16 स्टेट आपस दे विच लड़ियाँ सी। तो इन्हां 16 स्टेटां दे आपस में लड़न करके पूरा भारत आपस च लड़िया, जिस करके इहदा नाम की पिया? महाभारत पिया। अज के टाइम के महाभारत में लगभग 1 लाख वर्सिस ने, 1 लाख छंद ने। पर जदों यह लिखी गई सी वेद व्यास जी वालों उदों इस दे विच सिर्फ 880 वर्सिस सी, 880 छंद सी, जो कि बाद विच 24,000 छंद हो गए, जो कि बाद विच 24,000 वर्सिस हो गए। तो अज के टाइम 24,000 तो बढ़ के किन्ने हो गए? 1 लाख छंद हो गए। ओके, तो ये सी अपना एपिक महाकाव्य जो महाभारत है ते रामायण, दो ही ने। पूछा जाए भारती लिटरेचर विच किन्ने महाकाव्य ने? तो 2 ने, रामायण ते महाभारत। अगे आउंदे ने वेदांगाज। वेदांगाज की ने? 6 वेदांगाज ने। शिक्षा, कल्प, व्याकरण, निरुक्त, छंद एंड ज्योतिष, ठीक है। ये 6 जो ने, 6 ये ने वेदांगास, 6 वेदांगास। तो इन्हों वेदांगास नूं होर किस नाम नाल जाना जाता है? इसनूं कहा जाता है लिम्ब्स ऑफ द वेदा। वेदां दे लिंब कहा जाता है इन्हों, लिम्ब्स ऑफ वेदाज, वेदां दे लिंब कहा जाता है वेदांगास नूं। तो देखो हुण की ने। शिक्षा किस नाल डील करती है? शिक्षा डील विद प्रनंसिएशन, उच्चारण नाल संबंधित है सिक्ख्या। सिक्ख्या डील करती है, डील विद प्रनंसिएशन, सिक्ख्या उच्चारण नाल संबंधित है। कल्प, कल्प डील विद रिचुअल्स, कल्प रीति रिवाजां नाल डील करती है। व्याकरण डील विद ग्रामर, व्याकरण ग्रामर या व्याकरण नाल संबंधित है। इहदे विच पाणिनी, पाणिनी नूं कहा जाता है फादर ऑफ ग्रामर, व्याकरण के पिता कहा जाता है। इन्होंने एक बुक लिखी है अष्ट अध्याय, अष्ट अध्याय इसनूं ग्रामर की सब तो ओल्ड बुक मन्निया जाता है। तो पाणिनी इस बुक के लिखण करके, ओल्ड ग्रामर की बुक लिखण करके इन्हों फादर ऑफ ग्रामर कहा जाता है। पाणिनी याद रखना है, मोस्ट इंपॉर्टेंट। निरुक्ता, निरुक्ता डील विद एटीमोलॉजी, एटीमोलॉजी हुंदा है वचन विज्ञान। एटीमोलॉजी हिस्टरी ऑफ वर्ड्स, कोई वचन कोई शब्द कित्थों बनिया, जिवें आपां शुरू च पढ़िया सी हिस्टरी, हिस्टरी कित्थों आई, जोग्राफी कित्थों आई, ये शब्द बने कित्थों ने, इन्हां शब्दां दा इतिहास की है, इन्हां शब्दां दे पिछे दी स्टडी की है, वो सारी की कहाउंदी है? एटीमोलॉजी कहाउंदी है। निरुक्त, तो एटीमोलॉजी नाल डील कौन करता है? निरुक्त करता है, वचन विज्ञान नाल संबंधित है।
ਛੰਦ, ਡੀਲ ਵਿਦ ਮੀਟਰ, ਮੀਟਰ ਨਾਲ ਸੰਬੰਧਿਤ ਹੈ ਛੰਦ। ਜੋਤਿਸ਼, ਡੀਲ ਵਿਦ ਐਸਟਰੋਨੋਮੀ, ਖਗੋਲ ਵਿਗਿਆਨ, ਖਗੋਲ ਵਿਗਿਆਨ ਨਾਲ ਸੰਬੰਧਿਤ ਹੈ ਜੋਤਿਸ਼। ਜੋ ਵੀ ਆਪਣੇ ਆ ਗ੍ਰਹਿ ਵਗੈਰਾ ਦੇਖਦੇ ਨੇਗੇ, ਮੰਗਲ ਸ਼ਨੀ ਇਹ ਭਾਰੀ ਕਰਦੇ ਨੇ, ਉਹ ਕੀ ਨੇ? ਜੋਤਿਸ਼ ਨੇ, ਐਸਟਰੋਨੋਮੀ। ਤਾਂ 6 ਵੇਦਾਂਗਾਜ਼ ਨੇ ਜਿਨ੍ਹਾਂ ਨੂੰ ਲਿੰਬਸ ਆਫ ਦਾ ਵੇਦਾਸ ਕਿਹਾ ਜਾਂਦਾ ਹੈ। ਸਿਕਸ਼ਾ, ਕਲਪ, ਵਿਆਕਰਨ, ਨਿਰੁਕਤਾ, ਛੰਦ, ਜੋਤਿਸ਼। ਸਿਕਸ਼ਾ ਪ੍ਰਨੰਸੀਏਸ਼ਨ ਉਚਾਰਨ ਨਾਲ ਸੰਬੰਧਿਤ, ਕਲਪ ਰਿਚੁਅਲਸ ਰੀਤੀ ਰਿਵਾਜਾਂ ਨਾਲ ਸੰਬੰਧਿਤ, ਵਿਆਕਰਨ ਗ੍ਰਾਮਰ ਵਿਆਕਰਨ ਨਾਲ ਸੰਬੰਧਿਤ, ਨਿਰੁਕਤਾ ਐਟੀਮੋਲੋਜੀ ਵਚਨ ਵਿਗਿਆਨ ਨਾਲ ਸੰਬੰਧਿਤ, ਛੰਦ ਮੀਟਰ ਨਾਲ ਸੰਬੰਧਿਤ, ਜੋਤਿਸ਼ੀ ਐਸਟਰੋਨੋਮੀ ਖਗੋਲ ਵਿਗਿਆਨ ਨਾਲ ਸੰਬੰਧਿਤ। ਅਗਲਾ ਹੈ ਅਰਿਅੰਕਾ। ਅਰਿਅੰਕਾ ਕੀ ਨੇ? ਇਹਨਾਂ ਨੂੰ ਕਿਹਾ ਜਾਂਦਾ ਹੈ ਫੋਰੈਸਟ ਬੁੱਕਸ, ਜੰਗਲ ਕਿਤਾਬਾਂ ਕਿਹਾ ਜਾਂਦਾ ਨੇ। ਰਿਟਨ ਮੇਨਲੀ ਬਾਏ ਦਾ ਹਰਮਿਟਸ ਲਿਵਿੰਗ ਇਨ ਦਾ ਜੰਗਲਸ ਫॉर देयर ਪਪਿਲਸ। ਇਹਨਾਂ ਨੂੰ ਜੰਗਲ ਕਿਤਾਬਾਂ ਕਿਹਾ ਜਾਂਦਾ ਹੈ ਜੋ ਮੁੱਖ ਤੌਰ 'ਤੇ ਜੰਗਲਾਂ ਵਿੱਚ ਰਹਿਣ ਵਾਲੇ ਸੰਨਿਆਸੀਆਂ ਦੁਆਰਾ ਆਪਣੇ ਵਿਦਿਆਰਥੀਆਂ ਲਈ ਲਿਖੀਆਂ ਗਈਆਂ ਸੀ। ਤਾਂ ਜੰਗਲਾਂ ਵਿੱਚ ਜਿਹੜੇ ਸੰਨਿਆਸੀ ਰਹਿੰਦੇ ਨੇ ਉਹਨਾਂ ਨੇ ਆਪਣੇ ਵਿਦਿਆਰਥੀ ਕਿ ਅੱਗੇ ਜੋ ਆ ਕੇ ਸੰਨਿਆਸ ਲੈਣਗੇ, ਉਹਨਾਂ ਦੇ ਵਿਦਿਆਰਥੀ ਬਣਨਗੇ, ਉਹਨਾਂ ਨੇ ਕਿਵੇਂ ਰੂਲ ਐਂਡ ਰੈਗੂਲੇਸ਼ਨਸ ਫੋਲੋ ਕਰਨੇ ਨੇ, ਕਿਵੇਂ ਜੀਵਨ ਬਸਰ ਕਰਨਾ, ਉਹਦੇ ਬਾਰੇ ਜੋ ਬੁੱਕਸ ਲਿਖੀਆਂ ਗਈਆਂ ਉਹਨਾਂ ਨੂੰ ਕਿਹਾ ਜਾਂਦਾ ਹੈ ਅਰਿਅੰਕਾਸ। ਠੀਕ ਹੈ ਜੀ, ਅਰਿਅੰਕਾ ਕਿਹਾ ਜਾਂਦਾ ਹੈ ਉਹਨਾਂ ਨੂੰ। ਅਗਲੇ ਆਉਂਦੇ ਨੇ ਦਰਸ਼ਨ। ਦਰਸ਼ਨ ਜਿਹਨੂੰ ਕਿਹਾ ਜਾਂਦਾ ਹੈ ਸਿਕਸ ਸਕੂਲ ਆਫ ਇੰਡੀਅਨ ਫਿਲੋਸਫੀ ਨਾਊਨ ਐਜ ਸਡ ਦਰਸ਼ਨ। ਇਹਨਾਂ ਨੂੰ ਸਿਕਸ ਸਕੂਲ ਆਫ ਫਿਲੋਸਫੀ ਕਿਹਾ ਜਾਂਦਾ ਹੈ। ਇੰਡੀਅਨ ਫਿਲੋਸਫੀ ਦੇ 6 ਸਕੂਲ। ਤਾਂ ਦੇਖੋ ਕਿਹੜੇ ਕਿਹੜੇ। ਨਿਆਏ ਦਰਸ਼ਨ ਬਹੁਤ ਵਾਰ ਰਿਪੀਟ ਹੋ ਗਿਆ ਜੀ। PS PCL ਨੈਬ ਤਹਿਸੀਲਦਾਰ PPSC ਦੇ ਪੇਪਰ, ਇਹਨਾਂ ਵਿੱਚ ਇਸ ਨੂੰ ਬਹੁਤ ਵਾਰ ਪੁੱਛਿਆ ਜਾਂਦਾ ਹੈ। ਨਿਆਏ ਦਰਸ਼ਨ ਕਿਸ ਦੁਆਰਾ ਲਿਖਿਆ ਗਿਆ? ਨਿਆਏ ਦਰਸ਼ਨ ਗੌਤਮ ਦੁਆਰਾ ਲਿਖਿਆ ਗਿਆ। ਨਿਆਏ ਦਰਸ਼ਨ ਗੌਤਮ ਦੁਆਰਾ ਲਿਖਿਆ ਗਿਆ ਹੈ। ਉਸ ਤੋਂ ਬਾਅਦ ਵਿਸਖ ਦਰਸ਼ਨ ਰਿਟਨ ਬਾਏ ਕੰਨੜ ਰਿਸ਼ੀ। ਵਿਸਖ ਦਰਸ਼ਨ ਕੰਨੜ ਰਿਸ਼ੀ ਦੁਆਰਾ ਲਿਖਿਆ ਗਿਆ। ਸੰਖਿਆ ਦਰਸ਼ਨ, ਸੰਖਿਆ ਦਰਸ਼ਨ ਨੂੰ ਰਿਟਨ ਬਾਏ ਕਪਿਲ। ਸੰਖਿਆ ਦਰਸ਼ਨ ਕਪਿਲ ਦੁਆਰਾ ਲਿਖਿਆ ਗਿਆ। ਯੋਗਾ ਦਰਸ਼ਨ ਪਤੰਜਲੀ, ਫਾਦਰ ਆਫ ਯੋਗਾ। ਪਤੰਜਲੀ ਨੂੰ ਕਹਿੰਦੇ ਨੇ ਫਾਦਰ ਆਫ ਯੋਗਾ। ਤਾਂ ਯੋਗ ਦਰਸ਼ਨ ਪਤੰਜਲੀ ਦੁਆਰਾ ਲਿਖਿਆ ਗਿਆ। ਪੂਰਵ ਮੀਮਾਂਸਾ ਰਿਟਨ ਬਾਏ ਜਾਮਨੀ, ਪੂਰਵ ਮੀਮਾਂਸਾ ਜੈਮਨੀ ਦੁਆਰਾ ਲਿਖਿਆ ਗਿਆ। ਉੱਤਰ ਮੀਮਾਂਸਾ ਰਿਟਨ ਬਾਏ ਵਿਆਸ, ਵੇਦ ਵਿਆਸ। ਉੱਤਰ ਮੀਮਾਂਸਾ ਵੇਦ ਵਿਆਸ, ਵਿਆਸ ਦੁਆਰਾ ਲਿਖਿਆ ਗਿਆ ਹੈ। 6 ਸਕੂਲ ਆਫ ਇੰਡੀਅਨ ਫਿਲੋਸਫੀ ਨੇ ਜਿਨ੍ਹਾਂ ਨੂੰ ਦਰਸ਼ਨ ਕਹਿੰਦੇ ਨੇ। ਇੰਡੀਅਨ ਫਿਲੋਸਫੀ ਭਾਰਤੀ ਫਲਸਫੇ ਦੀਆਂ ਗੱਲਾਂ ਇਹਨਾਂ 'ਚ ਕਈਆਂ ਨੇ। ਨਿਆਏ ਬਾਰੇ ਗੱਲ, ਠੀਕ ਹੈ ਜੀ, ਇਸ ਤਰੀਕੇ ਨਾਲ ਸੰਖਿਆ, ਯੋਗ ਬਾਰੇ ਗੱਲ, ਇਹ ਸਾਰਿਆਂ ਬਾਰੇ ਗੱਲ ਇਹਨਾਂ 6 ਬੁੱਕਸ ਦੇ ਵਿੱਚ ਕੀਤੀ ਗਈ ਹੈ। ਨਿਆਏ ਦਰਸ਼ਨ ਨੂੰ ਗੌਤਮ ਨੇ ਲਿਖਿਆ, ਮੋਸਟ ਇੰਪੋਰਟੈਂਟ। ਵਿਸਖ ਦਰਸ਼ਨ ਨੂੰ ਕੰਨੜਾ ਰਿਸ਼ੀ, ਸੰਖਿਆ ਦਰਸ਼ਨ ਨੂੰ ਕਪਿਲ, ਯੋਗ ਦਰਸ਼ਨ ਪਤੰਜਲੀ, ਪਤੰਜਲੀ ਨੂੰ ਫਾਦਰ ਆਫ ਯੋਗਾ ਕਹਿੰਦੇ ਨੇ। ਪੂਰਵ ਮੀਮਾਂਸਾ ਯਾਮਿਨੀ ਅਤੇ ਉੱਤਰ ਮੀਮਾਂਸਾ ਵਿਆਸ। ਅੱਗੇ ਨੇ ਪੁਰਾਣ। ਟੋਟਲ ਪੁਰਾਣ 18 ਨੇ। ਇਟ ਵਾਜ਼ ਟੋਟਲ 18 ਇਨ ਨੰਬਰਸ। ਸੰਖਿਆ ਵਿੱਚ ਕੁੱਲ 18 ਸੀ। ਇਟ ਕੰਟੇਨ ਦਾ ਪੋਪੂਲਰ ਮਿਥਸ ਆਫ ਦੈਟ ਟਾਈਮ। ਇਸ ਵਿੱਚ ਉਸ ਸਮੇਂ ਦੀਆਂ ਪ੍ਰਸਿੱਧ ਕਥਾਵਾਂ ਹਨ। ਜੋ ਵੀ ਉਸ ਟਾਈਮ ਦੀਆਂ ਪ੍ਰਸਿੱਧ ਮਿਥਿਆਸ ਨੇ, ਠੀਕ ਹੈ ਜੀ, ਆਪਣੀਆਂ ਕਹਾਣੀਆਂ ਨੇ, ਉਹ ਸਾਰੀਆਂ ਕਿਹਦੇ ਵਿੱਚ ਨੇ? ਪੁਰਾਣ ਦੇ ਵਿੱਚ ਲਿਖੀ ਹੋਈ ਹੈ। ਪੁਰਾਣ ਦੇ ਆਉਣ ਨਾਲ ਹੀ, ਪੁਰਾਣ ਲਿਖੇ ਗਏ, ਪੁਰਾਣਾਂ ਦੇ ਆਉਣ ਨਾਲ ਹੀ ਕੀ ਹੋਇਆ? ਜੋ ਮੋਡ ਆਫ ਵਰਸ਼ਿਪ ਸੀ, ਜੋ ਪੂਜਾ ਕਰਨ ਦਾ ਤਰੀਕਾ ਸੀ, ਉਹ ਵੀ ਕੀ ਹੋ ਗਿਆ? ਚੇਂਜ ਹੋ ਗਿਆ। ਪੂਜਾ ਕਰਨ ਦਾ ਤਰੀਕਾ, ਪਹਿਲਾਂ ਇਹ ਕਿਹਦੀ ਪੂਜਾ ਕਰਦੇ ਸੀ? ਪਹਿਲਾਂ ਇਹ ਨੇਚਰ ਦੀ ਪੂਜਾ ਕਰਦੇ ਸੀ, ਪਰ ਹੁਣ ਪੂਜਾ ਨੇਚਰ ਦੀ ਜਗ੍ਹਾ 'ਤੇ ਕਿਹਦੀ ਹੋਣ ਲੱਗ ਗਈ? ਆਈਡਲ ਵਰਸ਼ਿਪ ਹੋਣ ਲੱਗ ਗਈ, ਮੂਰਤੀ ਪੂਜਾ। ਆਪਾਂ ਲਾਸਟ ਲੈਕਚਰ ਵਿੱਚ ਪੜ੍ਹਿਆ ਸੀਗਾ ਕਿ ਉਹਨਾਂ ਟਾਈਮਾਂ ਦੇ ਵਿੱਚ ਮੂਰਤੀ ਪੂਜਾ ਨਹੀਂ ਹੁੰਦੀ ਸੀ, ਪਰ ਲੇਟਰ ਵੈਦਿਕ ਪੀਰੀਅਡ ਵਿੱਚ ਜਾ ਕੇ ਮੂਰਤੀ ਪੂਜਾ ਹੋਣ ਲੱਗੀ। ਕਦੋਂ? ਕਿਉਂਕਿ ਉਦੋਂ ਪੁਰਾਣ ਲਿਖੇ ਗਏ। ਅਰਲੀ ਵੈਦਿਕ ਪੀਰੀਅਡ ਵਿੱਚ ਕਿਤੇ ਵੀ ਮੰਦਰਾਂ ਜਾਂ ਮੂਰਤੀ ਪੂਜਾ ਦਾ ਜ਼ਿਕਰ ਨਹੀਂ ਆਉਂਦਾ, ਪਰ ਲੇਟਰ ਦੇ ਵਿੱਚ ਜਾ ਕੇ ਜਦੋਂ ਪੁਰਾਣ ਲਿਖੇ ਗਏ ਤਾਂ ਆਈਡਲ ਵਰਸ਼ਿਪ, ਹੁਣ ਪੂਜਾ ਮੂਰਤੀਆਂ ਦੇ ਨਾਲ ਹੋਣ ਲੱਗੀ। ਮੂਰਤੀਆਂ ਬਣਾ ਕੇ ਦੇਵਤਿਆਂ ਦੀਆਂ ਪੂਜਾ ਹੋਣ ਲੱਗ ਗਈਆਂ ਅਤੇ ਲੋਕਾਂ ਦੇ ਮਨ 'ਚ ਪੁਰਾਣ ਦਾ ਕੀ ਹੋਏ? ਰਿਵੋਲਟ ਹੋਇਆ। ਪੀਪਲ ਰਿਵੋਲਟਡ। ਤਾਂ ਲੋਕਾਂ ਨੇ ਕੀ ਕੀਤਾ? ਇਸ ਦਾ ਵਿਦਰੋਹ ਕੀਤਾ। ਇਸ ਦੇ ਵਿਦਰੋਹ ਕਰਕੇ ਹੀ ਲੇਟਰ ਵੈਦਿਕ ਪੀਰੀਅਡ ਤੋਂ ਬਾਅਦ ਕੁਛ ਸਮੇਂ ਦੇ ਲਈ ਜੋ ਹਿੰਦੂਇਜ਼ਮ ਸੀ ਜਾਂ ਬ੍ਰਾਹਮਣਵਾਦ ਸੀ ਉਹ ਡਿਕਲਾਈਨ ਹੋ ਗਿਆ, ਘਟ ਗਿਆ। ਕਿਵੇਂ ਘਟਿਆ, ਕੀ ਹੋਇਆ, ਉਹ ਸਭ ਕੁਛ ਪੜ੍ਹਾਂਗੇ ਆਪਾਂ ਨੈਕਸਟ ਲੈਕਚਰ ਦੇ ਵਿੱਚ। ਨੈਕਸਟ ਲੈਕਚਰ ਵਿੱਚ ਆਪਾਂ ਅੱਗੇ ਪੜ੍ਹਾਂਗੇ ਡਿਕਲਾਈਨ ਆਫ ਬ੍ਰਹਮਨਿਜ਼ਮ, ਬ੍ਰਹਮਵਾਦ ਦਾ, ਠੀਕ ਹੈ ਜੀ, ਪਤਨ, ਅਤੇ ਗਰੋਥ ਆਫ ਨਿਊ ਰਿਲੀਜਨ, ਨਵੇਂ ਧਰਮਾਂ ਦਾ ਉਦੇ।
ਨਵੇਂ ਧਰਮ ਹੁਣ ਦੁਨੀਆ ਦੇ ਸਾਹਮਣੇ ਆਏ। ਨਵੇਂ ਧਰਮ ਕਿਹੜੇ? ਜੈਨ ਧਰਮ, ਬੁੱਧ ਧਰਮ, ਇਹ ਸਾਹਮਣੇ ਆਏ। ਤਾਂ ਅਗਲਾ ਪੜਾਂਗੇ ਆਪਾਂ ਡਿਕਲਾਈਨ ਆਫ ਬ੍ਰਹਮਨਿਜ਼ਮ ਐਂਡ ਗਰੋਥ ਆਫ ਨਿਊ ਰਿਲੀਜਨ, ਨਵੇਂ ਧਰਮਾਂ ਦਾ ਉਦੇ ਅਤੇ ਬ੍ਰਾਹਮਣਵਾਦ ਦਾ ਪਤਨ। ਤਾਂ ਇਹ ਸੀ ਅੱਜ ਆਪਣਾ ਲੈਕਚਰ। ਆਈ ਹੋਪ ਤੁਹਾਨੂੰ ਅੱਛਾ ਲੱਗਿਆ ਹੋਵੇਗਾ, ਸਮਝ ਆਇਆ ਹੋਵੇਗਾ ਕੰਪਲੀਟਲੀ। ਚੰਗੀ ਤਰੀਕੇ ਨਾਲ ਆਪਣੇ ਨੋਟਸ ਤਿਆਰ ਕਰੋ। ਕੋਈ ਵੀ ਡਾਊਟ ਹੈ ਤਾਂ ਮੈਨੂੰ ਪਰਸਨਲੀ ਮੈਸੇਜ ਕਰ ਸਕਦੇ ਹੋ ਜਾਂ ਫਿਰ ਕਮੈਂਟ ਦੇ ਨੀਚੇ ਦੱਸ ਸਕਦੇ ਹੋ। ਅਤੇ ਇਹਦੇ ਨਾਲ ਆਪਣਾ ਵੈਦਿਕ ਜੋ ਪੀਰੀਅਡ ਹੈ ਉਹ ਵੀ ਕੰਪਲੀਟ ਹੋ ਗਿਆ ਜੀ। ਵੈਦਿਕ ਦੇ ਵਿੱਚ ਅਰਲੀ ਐਂਡ ਲੇਟਰ ਵੈਦਿਕ ਪਹਿਲੇ ਲੈਕਚਰ 'ਚ ਪੜ੍ਹ ਲਿਆ। ਸੈਕਿੰਡ ਲੈਕਚਰ ਵਿੱਚ ਆਪਾਂ ਨੇ ਵੈਦਿਕ ਲਿਟਰੇਚਰ ਪੜ੍ਹਿਆ। ਇਸ ਦੇ ਨਾਲ ਇਹ ਕੰਪਲੀਟ ਹੈ। ਮੰਡੇ ਨੂੰ ਵੈਦਿਕ ਲਿਟਰੇਚਰ ਤੱਕ ਤੁਹਾਡਾ ਟੈਸਟ ਹੈ, ਤਾਂ ਇਸ ਨੂੰ ਯਾਦ ਕਰਨਾ, ਠੀਕ ਹੈ। ਜਲਦੀ ਤੋਂ ਜਲਦੀ ਇਸ ਨੂੰ ਲਿਖੋ ਅਤੇ ਜਲਦੀ ਤੋਂ ਜਲਦੀ ਇਸ ਨੂੰ ਯਾਦ ਕਰੋ। ਤਾਂ ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ। ਉਦੋਂ ਤੱਕ ਰੱਬ ਰਾਖਾ, ਆਪਣਾ ਧਿਆਨ ਰੱਖੋ, ਖੁਸ਼ ਰਹੋ। ਤਾਂ ਥੈਂਕ ਯੂ।